ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੁਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਹੁਕਮਾ ਗੁਰ ਕੀ, ਗੁਰਮੁਰਾ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ। ਦੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੁਖ ਉਚਰੈ ਸ਼ਾਸਤਰ ਘਟ, ਇੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ, ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਕਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋੜ ਪ੍ਰਣਾਮ। ਜਿਸ ਕਾਰਨ ਤੇ ਵਡਿਆਗੀ, ਪਾਵਹਿ ਗਤ ਵਿਸ਼ਰਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਵਿਦਿਆ ਨਾ ਪਰੋ, ਬਾਤ ਨਹੀਂ ਜਾਨਾ। ਹਰ ਗੁਣ ਕਥਤ ਸੁਨਤ ਬਹੁ ਰਾਨੋ। ਵਿਦਿਆ ਨਾ ਪਰੋ, ਬਾਤ ਨਹੀਂ ਜਾਨਾ। ਹਰ ਗੁਣ ਕਥਤ ਸੁਨਤ ਬਹੁ ਰਾਨੋ। ਮੇਰੇ ਬਾਬਾ ਮੈਂ ਬਉਰਾ, ਸਭ ਖਲਕ ਸਿਆਣੀ ਮੈਂ ਬਉਰਾ। ਮੈਂ ਬਿਗੜਿਓ ਬਿਗੜੈ ਮਤਿ ਔਰਾ। ਰਹਾਉ ਆਪ ਨਾ ਬਉਰਾ, ਰਾਮ ਕੀਓ ਬਉਰਾ। ਸਤਿਗੁਰ ਜਾਰ ਗਇਓ ਭ੍ਰਮ ਮੋਰਾ। ਮੈਂ ਬਿਗੜੇ ਆਪਣੀ ਮਤ ਕੋਈ, ਮੇਰੇ ਭਰਮ ਭੂਲੋ ਮਤ ਕੋਈ। ਸੋ ਬਉਰਾ ਜੋ ਆਪ ਨਾ ਪਛਾਨੈ, ਆਪ ਪਛਾਨੈ ਤਾਂ ਏਕੈ ਜਾਣੈ। ਅਬਹਿ ਨ ਮਾਤਾ ਸੋ ਕਬਹੁ ਨਾ ਮਾਤਾ। ਕਹਿ ਕਬੀਰ ਰਾਮੈ ਰੰਗ ਰਾਤਾ। ਅਬਹਿ ਨ ਮਾਤਾ ਸੋ ਕਬਹੁ ਨਾ ਮਾਤਾ। ਕਹਿ ਕਬੀਰ ਰਾਮੈ ਰੰਗ ਰਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ। ਗੁਰੂ ਮਹਾਰਾਜ ਦੀ ਅਪਰਪਾਰ ਮਹਾਨ ਬਖਸ਼ਿਸ਼ ਕਿਰਪਾਲਤਾ ਹੋਈ ਹੈ। ਆਪ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਆਉਣ ਦਾ ਇਸ ਭਾਗਾ ਸਮਾਂ
ਪ੍ਰਾਪਤ ਹੋਇਆ ਹੈ। ਔਰ ਗੁਰੂ ਮਹਾਰਾਜ ਦੀ ਮਿਹਰ ਦਾ ਸਦਕਾ ਅੰਮ੍ਰਿਤ ਵੇਲੇ ਚੱਲ ਰਹੀ ਅਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼, ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਜਸ ਸਰਵਣ ਕਰਨ ਤੋਂ ਉਪਰੰਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਜੋ ਲੜੀਵਾਰ ਕਥਾ ਹੈ ਉਹ ਜਾਰੀ ਹੈ। ਬਿਲਾਵਲ ਰਾਗ ਵਿੱਚ ਭਗਤ ਕਬੀਰ ਸਾਹਿਬ ਦੀ ਬਾਣੀ ਵਿੱਚੋਂ ਅੱਜ ਆਪ ਸ਼ਬਦ ਦੀ ਵਿਚਾਰ ਸੁਣਨ ਦਾ ਸੁਭਾਗ ਪ੍ਰਾਪਤ ਕਰ ਰਹੇ ਹੋ, ਕਿਉਂਕਿ ਮਹਾਂਪੁਰਸ਼ਾਂ ਨੂੰ ਜ਼ਿੰਦਗੀ ਵਿੱਚ ਅਨੇਕ ਪ੍ਰਕਾਰ ਦੇ ਪੁਰਸ਼ ਮਿਲਦੇ ਹਨ। ਕੋਈ ਉੱਤਮ ਬਿਰਤੀ ਦਾ ਹੈ, ਕੋਈ ਮੱਧਮ ਬਿਰਤੀ, ਕੋਈ ਕਨਿਸ਼ਟ ਬਿਰਤੀ ਦਾ ਹੈ। ਰਾਜਸੀ ਬੰਦੇ ਵੀ ਮਿਲਦੇ ਹਨ, ਧਾਰਮਿਕ ਵੀ, ਬੜੇ ਬੜੇ ਦੁਰਾਚਾਰੀ ਵੀ ਕਈ ਵਾਰੀ ਮਿਲਦੇ ਹਨ। ਮਾਨ ਅਪਮਾਨ ਵਾਲਿਆਂ ਦਾ ਵਿਵਾਹ ਪੈਂਦਾ ਹੈ, ਔਰ ਇਸੇ ਪ੍ਰਕਾਰ ਬੜੇ ਬੜੇ ਮੂਰਖ ਵੀ ਤੇ ਵਿਦਵਾਨ ਵੀ ਮਿਲਦੇ ਹਨ। ਹਰ ਇੱਕ ਦੀ ਸੋਚ ਸਮਝ ਆਪੋ ਆਪਣੀ ਹੈ। ਜਿਸ ਵੀ ਸ਼੍ਰੇਣੀ ਦਾ ਕੋਈ ਪੁਰਸ਼ ਹੈ ਉਹ ਉਸੇ ਪ੍ਰਕਾਰ ਦੀ ਗੱਲ ਕਰਦਾ ਹੈ। ਮਹਾਂਪੁਰਖਾਂ ਦੇ ਅੰਦਰ ਬੜਾ ਸਹਿਜ ਹੁੰਦਾ ਹੈ, ਉਹ ਜਲਦੀ ਜਲਦੀ ਘਬਰਾਉਂਦੇ ਨਹੀਂ। ਆਪਣੀ ਵਿਚਾਰਧਾਰਾ ਦੇ ਨਾਲ ਉਸ ਨੂੰ ਉਹ ਪ੍ਰਭਾਵਿਤ ਕਰਕੇ ਉਹਦੇ ਜੀਵਨ ਦੇ ਵਿੱਚ ਪਰਿਵਰਤਨ ਲੈ ਆਉਂਦੇ ਹਨ। ਆਮ ਮਨੁੱਖ ਜਿਹੜਾ ਉਹ ਆਪਣੇ ਮਨ ਦੀ ਗੱਲ ਸੁਣ ਕੇ ਖੁਸ਼ ਹੁੰਦਾ ਹੈ, ਜਿੱਥੇ ਨਿਰਾਦਰੀ ਅਪਮਾਨ ਹੋਵੇ ਬੜਾ ਦੁੱਖ ਮੰਨਦਾ ਹੈ, ਜਾਂ ਬਹਿਸ ਜਾਂ ਮੁਕਾਬਲੇ ਵਾਲੇ ਪਾਸੇ ਵੀ ਜਾਏਗਾ। ਪਰ ਜਿਹੜੇ ਇਸ ਤਰ੍ਹਾਂ ਦੇ ਗੁਰਮੁਖ ਪਿਆਰੇ ਹਨ, ਸੰਤ ਭਗਤ ਲੋਕ, ਉਹਨਾਂ ਦੀ ਵਿਚਾਰਧਾਰਾ ਬੜੀ ਵਿਲੱਖਣ ਹੁੰਦੀ ਹੈ। ਉਹਨਾਂ ਦੇ ਮਨ ਵਿੱਚ ਬੜੀ ਸ਼ਾਂਤੀ, ਬੜਾ ਟਿਕਾਓ ਔਰ ਗਿਆਨ ਅਵਸਥਾ ਵਿੱਚ ਪਰਿਪੱਕ ਹੁੰਦੇ ਹਨ। ਛੇਤੀ ਘਬਰਾਉਂਦੇ ਨਹੀਂ, ਡੋਲਦੇ ਨਹੀਂ। ਹੁਣ ਉਹਨਾਂ ਦਾ ਕਿਉਂਕਿ ਕਾਸ਼ੀ ਸਨਾਤਨੀ ਮੱਤ ਦੇ ਜੋ ਧਰਮ ਸ਼ਾਸਤਰ ਹੈ, ਉਹਨਾਂ ਦੀ ਵਿਦਿਆ ਦਾ ਉਹ ਗੜ੍ਹ ਹੈ। ਇਸ ਵਾਸਤੇ ਉੱਥੇ ਬੜੇ ਬੜੇ ਵਿਦਵਾਨ ਨਿਵਾਸ ਕਰਦੇ ਹਨ, ਅੱਜ ਵੀ ਪ੍ਰਭਾਵ ਹੈ। ਸੋ ਕਬੀਰ ਸਾਹਿਬ ਦੀ ਜਦੋਂ ਮਹਿਮਾ ਚਾਰ ਸਫੇਰੇ ਫੈਲੀ, ਇਹ ਮਹਿਮਾ ਬਨੌਟੀ ਨਹੀਂ ਸੀ, ਨਾਮ ਬਾਣੀ ਦੀ ਕਮਾਈ ਕਰਕੇ ਸੀ। ਉਹ ਜਿਹੜੇ ਜਾਤੀ ਅਭਿਮਾਨੀ ਜਾਂ ਵਿਦਿਆ ਅਭਿਮਾਨੀ ਸੀ, ਉਹਨਾਂ ਨੂੰ ਵੀ ਬੜੀ ਸੱਟ ਪਈ। ਉਹਨਾਂ ਨੇ ਫਿਰ ਮੌਜੂਦਾ ਨਵਾਬਾਂ ਦੇ ਕੋਲ ਵੀ ਕਬੀਰ ਸਾਹਿਬ ਦੇ ਖਿਲਾਫ ਸ਼ਿਕਾਇਤਾਂ ਵਗੈਰਾ ਕਰਦੇ ਰਹੇ।
ਉਹਦੇ 'ਚ ਵੀ ਕਬੀਰ ਸਾਹਿਬ ਉਹਨਾਂ ਨੂੰ ਨਿਰੁੱਤਰ ਕਰਦੇ ਰਹੇ ਤੇ ਸੰਤੁਸ਼ਟ ਵੀ। ਫਿਰ ਕਈ ਵਾਰੀ ਆਪ ਵੀ ਬਾਅਦ ਝਗੜਿਆਂ ਤੇ ਉਤਰਦੇ ਰਹੇ। ਕਈ ਵਾਰੀ ਜਾਤੀ ਦੇ ਹੰਕਾਰ ਵਿੱਚ ਵੀ ਤੇਰੀ ਨਿਊਨ ਜਾਤੀ ਹੈ, ਐਸਾ ਵੀ ਭੇਦ ਭਾਵ ਨਫ਼ਰਤ ਵਾਲਾ ਭਾਵ ਕਰਦੇ ਰਹੇ। ਉਹਦੇ 'ਚ ਵੀ ਉਹਨਾਂ ਨੇ ਬੜੇ ਸੋਹਣੇ ਉੱਤਰ ਦਿੱਤੇ ਹੈ। ਜੇ ਤੋਂ ਬ੍ਰਾਹਮਣ ਬ੍ਰਾਹਮਣੀ ਹੋਇਆ, ਭਗਵਾਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਤ, ਹਮ ਕਤ ਲੋਹੂ ਤੁਮ ਕਤ ਦੂਤ। ਬਲਕਿ ਰਿਜ਼ਲਟ ਇਹ ਦਿੱਤਾ, ਨਤੀਜਾ ਕਿ ਬ੍ਰਹਮ ਬਿੰਦੇ ਤੇ ਬ੍ਰਾਹਮਣ, ਜਿਹੜਾ ਬ੍ਰਹਮ ਨੂੰ ਜਾਣੇ ਉਹੀ ਬ੍ਰਾਹਮਣ ਹੈ, ਨਹੀਂ ਤਾਂ ਭਰਮਣੇ ਹੀ ਆ। ਇਸੇ ਤਰ੍ਹਾਂ ਵੀ ਪੂਜਾ ਵਾਸਤੇ ਵੀ ਰੋਕ ਟੋਕ ਕਰਦੇ ਰਹੇ। ਤੂੰ ਨਿਊਨ ਜਾਤੀ ਦਾ, ਤੈਨੂੰ ਪੂਜਾ ਦਾ ਅਧਿਕਾਰ ਨਹੀਂ। ਇਹ ਜਨਮ ਸਿੱਧ ਸਾਡਾ ਅਧਿਕਾਰ ਹੈ, ਕਿਉਂਕਿ ਬ੍ਰਾਹਮਣ ਜਿਹੜੇ ਉਹ ਬ੍ਰਹਮਾ ਦੇ ਮੁਖ ਚੋਂ ਪੈਦਾ ਹੋਏ ਆ, ਖੱਤਰੀ ਬਾਹਾਂ ਚੋਂ ਹੋਏ ਆ, ਵੈਸ਼ ਪੇਟ ਚੋਂ, ਸ਼ੂਦਰ ਪੈਰਾਂ ਚੋਂ ਹੋਏ ਆ। ਇਸ ਤਰ੍ਹਾਂ ਦਾ ਵੀ ਇਹਨਾਂ ਦਾ ਐਸਾ ਆਪਣਾ ਕਲਪਿਆ ਹੋਇਆ ਵਿਚਾਰ ਸੀ। ਕੋਈ ਇਸ ਤਰ੍ਹਾਂ ਵੀ ਕਈ ਵੀ ਵਿਦਿਆ ਦੇ ਅਭਿਮਾਨ ਵਿੱਚ ਆ ਕੇ ਬਾਅਦ ਝਗੜੇ ਵਗੈਰਾ ਵੀ ਕਰਦੇ ਸੀ। ਵੱਡੀ ਗੱਲ ਤਾਂ ਇਹ ਹੈ ਕਿ ਉਹਨਾਂ ਦੀ ਪੂਜਾ ਨੂੰ ਸੱਟ ਪਈ ਤੇ ਉਹਨਾਂ ਦਾ ਜੋ ਮਾਨ ਸਨਮਾਨ ਸਤਿਕਾਰ ਉਹ ਬਰਦਾਸ਼ਤ ਨਹੀਂ ਸੀ ਹੁੰਦਾ। ਈਰਖਾ ਦੀ ਅੱਗ ਸਾੜਾ ਸੀ। ਹਾਲਾਂਕਿ ਉਹ ਜੋ ਉਹਨਾਂ ਨੂੰ ਵਿਰਸੇ ਵਿੱਚ ਕਿਰਤ ਮਿਲੀ ਸੀ, ਉਹਦੇ ਮੁਤਾਬਕ ਉਹ ਆਪਣਾ ਕੱਪੜਾ ਲੀੜਾ ਬੁਣਦੇ ਸੀ, ਵੇਚਦੇ ਸੀ, ਗੁਜ਼ਾਰਾ ਕਰਦੇ ਸੀ। ਆਏ ਗਏ ਦਾ ਵੀ ਲੰਗਰ ਪਾਣੀ ਸੇਵਾ ਸਤਿਕਾਰ ਕਰਦੇ ਸੀ, ਪਰ ਫਿਰ ਵੀ ਬਹੁਤ ਔਖੇ ਸੀ। ਹੁਣ ਇੱਥੇ ਚੱਲ ਰਿਹਾ ਕਿ ਤੂੰ ਵਿਦਿਆ ਤੇ ਪੜ੍ਹਿਆ ਕੋਈ ਨਹੀਂ, ਬੜਾ ਗਿਆਨੀ ਧਿਆਨੀ ਬਣਿਆ ਹੋਇਆ, ਸਾਨੂੰ ਇਉਂ ਲੱਗਦਾ ਕਿ ਤੇਰਾ ਦਿਮਾਗ ਖਰਾਬ ਹੋ ਗਿਆ, ਤੂੰ ਬੌਰਾ ਹੈ, ਪਾਗਲ ਹੈ। ਪਰ ਉਹ ਮਹਾਂਪੁਰਖ ਬੜੇ ਗੈਰ ਗੰਭੀਰ ਹੁੰਦੇ ਨੇ, ਘਬਰਾਉਂਦੇ ਨਹੀਂ ਨਾ। ਜਿਵੇਂ ਸਮੁੰਦਰ ਵਿੱਚ ਦੇ ਲਓ 999 ਦਰਿਆ, ਨਦੀਆਂ ਦੀ ਤਾਂ ਗਿਣਤੀ ਨਹੀਂ, ਜਿੰਨਾ ਪਾਣੀ ਪਈ ਜਾਂਦਾ ਓਨਾ ਹੀ ਗੰਭੀਰ ਹੋਈ ਜਾਂਦਾ। ਇਸ ਤਰ੍ਹਾਂ ਬੜੇ ਗੰਭੀਰ ਅਵਸਥਾ ਦੇ ਮਾਲਕ ਹੁੰਦੇ ਆ, ਜਲਦੀ ਨਹੀਂ ਉਛਲਦੇ ਹੈ। ਜੇ ਕੋਈ ਅੱਤ ਹੀ ਕਰਦਾ ਕਿ ਪਰਮੇਸ਼ਰ ਉਹਨਾਂ ਦੀ ਸਹਾਇਤਾ ਵੀ ਕਰਦਾ ਹੈ। ਕਈ ਵਾਰੀ ਐਸਾ ਹੋਇਆ ਉਹਨਾਂ 'ਤੇ ਬੜੇ ਜ਼ੁਲਮ ਅਤਿਆਚਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਗਤ ਜਨਾਂ ਕੀ ਹਰ ਜੋ ਧੁਰ ਪੂਰਾ ਹਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਰਾਕਸ ਮਾਰ ਪਚਾਇਆ। ਇਹ ਤੇਰੀ ਵਡਿਆਈ ਹੈ, ਰੱਬ ਦੀ ਵਡਿਆਈ ਹੈ ਨਾ। ਪਿਆਰਿਆਂ ਦੀ ਲਾਜ ਨਾ ਰੱਖੇ ਤੇ ਫਿਰ ਉਹਦਾ ਨਾਮ ਜਪਣ ਦਾ ਕੀ ਹੋਇਆ? ਇਹ ਤਾਂ ਲੋਕਾਂ ਵਿੱਚ ਇੱਕ ਮਜ਼ਾਕ ਹੀ ਬਣ ਜਾਏਗਾ ਨਾ। ਸੋ ਇਸ ਵਾਸਤੇ ਹੁਣ ਇਸ ਸ਼ਬਦ ਦੁਆਰਾ ਉਹ ਵਿਚਾਰ ਪ੍ਰਗਟ ਕਰਦੇ ਹਨ। ਮਨਵਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਸਾਰੀਆਂ ਸੰਗਤਾਂ ਗੱਜ ਵੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਨਾ। ਬਿਲਾਵਲ ਰਾਗ ਵਿੱਚ ਕਬੀਰ ਸਾਹਿਬ ਉਹਨਾਂ ਨੂੰ ਉਪਦੇਸ਼ ਦੇ ਰਹੇ ਹਨ। ਵਿਦਿਆ ਨਾ ਪੜ੍ਹੋ, ਬਾਦ ਨਾ ਜਾਣਾ। ਵਿਦਿਆ ਪੜ੍ਹਨੀ ਮਾੜੀ ਨਹੀਂ,
बहुत चंगी है। पराप भेद नाल दो तरह की है। एक तो व्यवहार नूं सिद्ध करने वाली है, एक परमार्थ नूं सिद्ध करने वाली है। ਉਹਨੂੰ ਆਪਾਂ ਬ੍ਰਹਮ ਵਿਦਿਆ ਵੀ ਕਹਿ ਦਿੰਦੇ ਹਾਂ। ਕਹਿੰਦੇ ਵਿਦਿਆ ਪੜ੍ਹਨੀ ਚੰਗੀ ਹੈ ਪੰਡਤ ਲੋਕੋ, ਇਹ ਗਿਆਨੀ ਪੁਰਸ਼ੋ, ਵਿਦਿਆ ਪੜ੍ਹਨੀ ਮਾੜੀ ਨਹੀਂ। ਵਿਦਿਆ ਵਿਚਾਰੀ ਤੇ ਪਰਉਪਕਾਰੀ ਹੈ। ਪਰ ਮੈਂ ਉਂਝ ਗਿਆਨੀ ਬਣਨਾ ਨਹੀਂ ਚਾਹੁੰਦਾ। ਵਿਦਿਆ ਪੜ੍ਹ ਕੇ ਬਾਤ ਝਗੜੇ ਨਹੀਂ ਕਰਨੇ ਚਾਹੁੰਦਾ। ਇਹਨਾਂ ਦਾ ਹੁੰਦਾ ਸੀ ਕਿ ਸ਼ਾਸਤਰ ਅਰਥ ਕਰੋ, ਢੋਲ ਵਜਾਉਣਾ, ਜਿੱਤ ਜਾਏ ਉਹਦੇ ਗ੍ਰੰਥ ਵਗੈਰਾ ਖੋਲ੍ਹ ਲੈਣੇ, ਕਈ ਕੁਝ ਕਰਨਾ। ਜਿਵੇਂ ਉਹ ਇਸ ਤਰ੍ਹਾਂ ਦਾ ਕੋਈ ਵਿਦਵਾਨ ਸੀ, ਉਹ ਗ੍ਰੰਥ ਲੱਦ ਕੇ ਗੱਡੀਆਂ ਊਠਾਂ 'ਤੇ ਜਾ ਰਿਹਾ ਸੀ। ਨਾਰਦ ਜੀ ਮਿਲ ਪਏ, ਕਿੱਧਰ ਜਾ ਰਿਹਾ ਹੋ? ਕਹਿਣ ਲੱਗੇ ਜੀ ਮੈਂ ਹਿੰਦੁਸਤਾਨ ਦੇ ਸਾਰੇ ਵਿਦਵਾਨ ਜਿੱਤ ਲੈ, ਉਹਨਾਂ ਦੇ ਮੈਂ ਪੁਸਤਕ ਛੀਨ ਲੈਂਦਾ ਹਾਂ ਕਿ ਹੁਣ ਤੁਹਾਨੂੰ ਗ੍ਰੰਥ ਪੜ੍ਹਨ ਦਾ ਕੋਈ ਲਾਭ ਹੈ। ਮੇਰੇ ਨਾਲ ਉਹ ਅਰਥ ਨਹੀਂ ਕਰ ਸਕਦੇ। ਕਹਿੰਦੇ ਅੱਛਾ ਤੁਸੀਂ ਇਤਨਾ ਜ਼ਿਆਦਾ ਪੜ੍ਹੇ? ਹਾਂਜੀ। ਉੱਥੇ ਉਹ ਪਹਾੜੀ ਜਿਹੀ ਸੀ, ਇੱਕ ਛੋਟੀ ਜਿਹੀ ਡਲੀ ਚੁੱਕ ਕੇ ਨਾਰਦ ਕਹਿੰਦਾ ਤੂੰ ਹਾਲੇ ਇੰਨਾ ਕੁ ਪੜ੍ਹਿਆ, ਬਾਕੀ ਸਾਰਾ ਪਹਾੜ ਤਾਂ ਪੜ੍ਹਨ ਵਾਲਾ ਹੀ ਪਿਆ। ਕਿਉਂਕਿ ਜੇਤਾ ਪੜ੍ਹਿਆ ਤੇਤਾ ਕੜਿਆ। ਕੜੀ ਗਿਆ, ਪੜ੍ਹ ਕੇ ਕੋਈ ਵਿਚਾਰਤਾ ਪੈਦਾ ਕੀਤੀ ਨਹੀਂ, ਪਰਮਾਰਥ ਦੀ ਸਿੱਧੀ ਤੈਨੂੰ ਪ੍ਰਾਪਤ ਨਹੀਂ ਹੋਈ। ਫਿਰ ਇਸ ਤਰ੍ਹਾਂ ਦੀ ਪੜ੍ਹਾਈ ਦਾ ਕੀ ਲਾਭ ਹੈ? ਪੜ੍ਹਿਆ ਮੂਰਖ ਆਖੀਆ ਜਿਸ ਲੱਭ ਲੋਭ ਅਹੰਕਾਰਾ। ਪਦਾਰਥ ਖਾਣ ਦਾ ਲੱਭ ਵੀ ਹੈ, ਮਾਇਆ ਦਾ ਲੋਭ ਵੀ ਹੈ, ਤੇ ਮਾਣ ਪਾ ਕੇ ਹੰਕਾਰ ਵੀ ਹੈ। ਇਹ ਚੀਜ਼ਾਂ ਤਿਆਗਣ ਵਾਸਤੇ ਤਾਂ ਵਿਦਿਆ ਪੜ੍ਹਨੀ ਸੀ। ਉਸ ਪਾਸੇ ਤੂੰ ਤੁਰਿਆ ਨਹੀਂ। ਜਿਵੇਂ ਸੱਪ ਨੂੰ ਦੁੱਧ ਪਿਲਾਈਏ ਜ਼ਹਿਰ ਬਣਦੀ ਹੈ, ਤਾਂ ਦੁੱਧ ਅੰਮ੍ਰਿਤ। ਪਰ ਕਈਆਂ ਨੂੰ ਵਿਦਿਆ ਜਿਹੜੀ ਹੈ ਉਹ ਵੀ ਇਸ ਤਰ੍ਹਾਂ ਦਾ ਹੰਕਾਰ ਦੀ ਜ਼ਹਿਰ ਪੈਦਾ ਕਰਨ ਦਾ ਕਾਰਨ ਬਣ ਜਾਂਦੀ ਹੈ। ਅਸਲੀ ਤਾਂ ਇਹ ਨਿਮਰਤਾ ਵਗੈਰਾ ਪੈਦਾ ਹੋਵੇ, ਸ਼ੁਭ ਗੁਣ ਪੈਦਾ ਹੋਣ। ਅੱਜ ਵੀ ਦੇਖਣ ਕਈ ਵਾਰੀ ਐਸਾ ਬਹੁਤਿਆਂ 'ਚ ਹੁੰਦਾ ਹੈ। ਵਿਰਲੇ ਹੈ ਜਿਨ੍ਹਾਂ ਦੇ ਅੰਦਰ ਫੇਰੇ ਵਿਦਿਆ ਦਾ ਵਿਚਾਰ ਪ੍ਰਾਪਤ ਕਰਕੇ ਕਿ ਫਿਰ ਵਿੱਚ ਨਿਮਰਤਾ ਆਦਿਕ ਸ਼ੁਭ ਗੁਣ ਪੈਦਾ ਹੋਣ। ਗੁਰ ਪ੍ਰਸਾਦੀ ਵਿਦਿਆ ਵਿਚਾਰੇ, ਪੜ੍ਹ ਪੜ੍ਹ ਪਾਵਹਿ ਮਾਨ। ਆਪਾ ਮਦੇ ਆਪ ਪ੍ਰਗਾਸਿਆ, ਪਾਇਆ ਅੰਮ੍ਰਿਤ ਨਾਮ। ਇਹ ਤਾਂ ਲਾਭ ਹੈ ਨਾ। ਜਿਵੇਂ ਉਹ ਸੱਪ ਕੋਲ ਮਣੀ ਹੁੰਦੀ ਹੈ ਨਾ, ਇੱਕ ਤਾਂ ਵੇਖ ਕੇ ਖੁਸ਼ ਹੁੰਦਾ, ਨੱਚਦਾ ਟੱਪਦਾ, ਮਿੱਟੀ 'ਚ ਗਵਾ ਕੇ ਪਛਤਾਉਂਦਾ। ਇੱਕ ਹੁੰਦਾ ਉਹਦੇ ਪ੍ਰਕਾਸ਼ ਨਾਲ ਕੀੜੇ ਮਕੌੜੇ ਹੀ ਖਾਂਦਾ। ਇੱਕ ਹੁੰਦਾ ਫਿਰ ਚੰਦਰਮਾ ਦੀਆਂ ਰੇਸ਼ਮਾਂ ਨੂੰ ਉਹਦੇ 'ਚੋਂ ਅੰਮ੍ਰਿਤ ਰਸ ਝਰਦਾ ਹੈ, ਉਸ ਨੂੰ ਚੱਟ ਕੇ ਜ਼ਹਿਰ ਸ਼ਾਂਤ ਕਰਦਾ ਹੈ। ਕਈਆਂ ਦਾ ਤਾਂ ਇਸ ਤਰ੍ਹਾਂ ਹੀ ਆ, ਵਿਦਿਆ ਪੜ੍ਹ ਕੇ ਵੀ ਘਟਾ ਹੀ ਛਾਣਦੇ ਆ, ਨਸ਼ਿਆਂ ਬੁਰਾਈਆਂ 'ਚ ਲੱਗੇ ਰਹਿੰਦੇ ਆ। ਕਈ ਹੈਗੇ ਆ ਉਹ ਪਦਾਰਥਾਂ ਰੂਪੀ ਕੀੜੇ ਖਾ ਰਹੇ, ਅਤੇ ਵਿਰਲੇ ਆ ਜਿਹੜੇ ਰਸ ਪੈਦਾ ਕਰਕੇ ਆਪਣੇ ਵਿਕਾਰਾਂ ਦੀ ਜ਼ਹਿਰ ਵੱਲੋਂ ਮਨ ਨੂੰ ਸ਼ਾਂਤ ਕਰਦੇ ਆ। ਇੱਕ ਤਾਂ ਮਗਜ਼ ਖਾਣੀ ਹੁੰਦੀ ਨਾ, ਇੱਕ ਹੁੰਦੀ ਆ ਹੱਡ ਚੁਰੰਡਣੀ। ਅਤੇ ਉਹ ਬਸ ਕਿਤਾਬੀ ਕੀੜੇ ਬਣੇ ਰਹਿਣਾ, ਕੋਈ ਲਾਭ ਨਹੀਂ ਕਿਸੇ ਨੂੰ, ਕੋਈ ਪਰਉਪਕਾਰ ਨਹੀਂ। ਐਵੇਂ ਮਗਜ਼ ਨਾਲ ਹੀ ਬਹਿ ਰਿਹਾ। ਇੱਕ ਹੁੰਦੇ ਆ ਹੱਡ, ਵਤੰਡਾਵਾਦ ਕਰਨਾ, ਐਵੇਂ ਝਗੜੇ ਹੀ ਕਰੀ ਜਾਣੇ।
एक गोश्त खाने हैं पदार्थ विद्या के वल ना इकट्ठे करके माया छकने छुपाने। असली विद्या तो वही है ना, विद्या विचारी तो पर उपकारी। पर उपकार वास्ते विद्या अनेक प्रकार की है जी, ਉਹਦੇ द्वारा कोई परोपकार वाला काम करे फिर तो ठीक है। जे दूए का बुरा करने वाला ही होवे फिर तो कोई लाभ नहीं। सो इस वास्ते भगत जी कहते पढ़ो फिर विद्या नाम बात नहीं जाना। मैं हंकार चुंझ ज्ञान वास्ते लोगों की पिठ हेठी करने वास्ते विद्या नहीं पढ़ते कि बात ना जानो, झगड़े करने नहीं जानते। ਅਸੀਂ जे विद्या का विचार करते सुनते हैं, मन की संतुष्टि शांति अपने वास्ते भी ऐसा उपदेश, दूए दे मन को भी शांत करने वाला जोड़ा उपदेश, ऐसी विद्या पढ़ते हैं। इस तरह की विद्या ने जिहड़ी मन च हंकार पैदा करके अपने जीवन को भी बर्बाद करे ते दूसरे का जीवन भी बर्बाद करे। बात झगड़े जड़े बतंडावाद जालपा हेतवा आदि, इस तरह जड़े बतंडावाद असी नहीं करते। हाँ हर गुण कथत सुनत बौरानो। हरि दे गुणां नूं सुनना जां कथन करना, वो गुण सुन के कथन करके बौराना असी परमेश्वर के प्यार विच मस्ताने हो गए। वो कोई मस्ताना हुंदा, कोई दीवाना हुंदा, कोई दाना हुंदा, ये अवस्था हुंदियां। मस्ताने का फिर अपने आनंद च मस्त रहिंदे, दीवाने हुंदे आ कदी मस्ती वाला कदी कुछ सियाणप वाला। दाने जड़े पूरे मर्यादा पुरुषोत्तम विचार विच रहण वाले पुरुष हुंदे, हरि दे गुण सुनते हैं जां कथन करते। वो गुणों द्वारा गुणी जो परमात्मा है उसकी सेवा उसका सिमरन करके असी आत्मक आनंद विच बौरे मस्ताने हाँ। लोग तो सानू पागल कहते, कहते पागल, असी ज्ञान की गल पा ली। कहते ज्ञान की गल पा लिया असी, वो पागल का अर्थ यह कर लेंगे पागल, ज्ञान की गल पा ली, विचार की गल पा ली। सो इस वास्ते हरि दे गुण कहते सुनते ਉਹਦੇ प्यार दे विच बौराने मस्त हुए फिरते। हाँ मेरे बाबा मैं बौरा, सब खलक सयानी मैं बौरा। मेरे बाबा हे भाई, जे तुसीं कहने कबीर बौरा, ये कमला है, झल्ला है, पागल है, सब खलक सियानी, सारी दुनिया अपने नूं बहुत सियाणा मन रही। हर एक बंदा अपने नूं धरती का गब्बा मनी बैठा ना, ते मैं ना होवां ते संसार चलना ही नहीं। ये सारा संसार मेरे विचारां द्वारा ही चल रहा है। राजनीतिक बंदियां दा ऐसा हुंदा ना, जिहदे कोल सत्ता आ जाती है उदों तो फिर कीड़ियां कढ ही समझते हैं। इन्नी हमें हो जाती है कि असीं सियाणे हैं, बाकी तो कमला ही है। सो इस वास्ते कहते सब खलक सियाने, सारी खलकत अपने आप बहुत सियाणा मनती। मूँह जो शराब की बो आएगी, तंबाकू पीड़ियां की, वो भी बड़ा ज्ञान ध्यान करनगे, बेलो करके बारे नहीं आउण देंदे। होर कई इस तरह के कुकर्मी लोग, जुआरीए लोग क्या, इस तरह के ऐबी लोग गल्लां बातां चो भी बड़े हुशियार है। कहते सब खलक सियाने, सारी खलकत अपने आप को सियाणा मनती है।
ਕੋਈ ਇਹ ਥੋੜ੍ਹੀ ਮੰਨਦਾ ਵੀ ਮੈਂ ਅਣਜਾਣ ਆ, ਮੈਨੂੰ ਮੱਤ ਦਿਓ। ਉਹ ਦੂਏ ਨੂੰ ਮੱਤ ਦਿੰਦੇ ਆ, ਦੂਜੇ ਨੂੰ ਮੱਤ ਦੇਣਗੇ। ਇਹੋ ਜਿਹਾ ਸੰਸਾਰ ਬਹੁਤ ਮਿਲੇਗਾ ਤੁਹਾਨੂੰ। ਇਸ ਵਾਸਤੇ ਕਹਿੰਦੇ ਸਭ ਖਲਕ ਸਿਆਣੇ, ਸਾਰੀ ਖਲਕਤ ਆਪਣੇ ਆਪ ਨੂੰ ਸਿਆਣਾ ਸਮਝਦੀ ਮੰਨ ਰਹੀ ਹੈ। ਸਭ ਖਲਕ ਸਿਆਣੀ ਮੈਂ ਬੋਰਾ, ਕਹਿੰਦੇ ਮੈਂ ਹੀ ਇੱਕ ਬੋਰਾ। ਜੇ ਮੈਨੂੰ ਇਹ ਕਮਲਾ ਕਹਿੰਦੇ ਤੇ ਕਮਲਾ ਹੀ ਰਹਿਣ ਦਿਓ। ਅਸੀਂ ਆਪਣੇ ਆਨੰਦ 'ਚ ਹਾਂ, ਠੀਕ ਹੈ। ਬਹੁਤੇ ਸਿਆਣੇ ਸਾਤੋਂ ਪਰੇ ਰਹਿੰਦੇ ਆ, ਅਸੀਂ ਸਗੋਂ ਆਪਣਾ ਭਜਨ ਕਰੀਦਾ। ਕਈ ਮਸਤਾਨੇ ਲੋਕ ਹੈ, ਇੱਟਾਂ ਬੱਟਾਂ ਮਾਰਦੇ ਆ, ਗਾਲੀ ਗਲੋਚ ਕਰਦੇ ਆ। ਉਹ ਜਾਣ ਕੇ ਜਿਵੇਂ ਕੰਡਿਆਂ ਨਾਲ ਬਾੜ ਕਰੀ ਦੀ ਨਾ ਫਸਲ ਬਚਾਉਣ ਲਈ, ਉਹ ਇਸ ਤਰ੍ਹਾਂ ਦੀ ਕਿਰਿਆ ਕਰਦੇ ਕਿ ਪਰੇ ਰਹਿਣਗੇ ਅਤੇ ਆਰਾਮ ਨਾਲ ਭਜਨ ਕਰਾਂਗੇ। ਐਵੇਂ ਉਹ ਕੌਣਗੇ, ਤੰਗ ਕਰਨਗੇ। ਬਾਬੇ ਮਸਤਾਨਾ ਅਸੀਂ ਰਹੇ ਹਾਂ, ਬਾਬਾ ਭਗਤ ਸਿੰਘ ਜੀ, ਉਹਨਾਂ ਦਾ ਇਹੀ ਹੁੰਦਾ ਸੀ। ਉਹ ਛੇਤੀ ਕਿਤੇ ਸ਼ਰਧਾ ਹੀ ਨਾ ਵੱਜਣ ਦਿੰਦੇ। ਇਹੋ ਜਿਹੀ ਵਿਅੰਗ ਜਿਹੀ ਗੱਲ ਕਰ ਦੇਣੀ, ਉਹਨੇ ਕਹਿਣਾ ਤਾਂ ਸਦਾਈ ਹੈ। ਮੁੜ ਕੇ ਆ ਨਾ ਬਾਅਦ 'ਚ ਨਹੀਂ ਤਾੜੀ ਮਾਰ ਕੇ ਆਸਣਾ, ਕਹਿਣਾ ਗਲੋਂ ਲੈ, ਕਹਿਣਾ ਗਲੋਂ ਲੈ। ਇਹ ਤੰਗ ਕਰਨਾ ਸੀ, ਇੱਥੇ ਭਜਨ ਨਹੀਂ ਸੀ ਕਰਨ ਦੇਣਾ। ਕਿਉਂਕਿ ਸੰਸਾਰੀ ਲੋਕ ਆਪਣੀਆਂ ਦੁਨਿਆਵੀ ਇੱਛਾ ਦੀ ਪੂਰਤੀ ਲਈ ਆਉਂਦੇ ਆ। ਪੂਰਤੀ ਵਾਸਤੇ ਕਈ ਮਸਤਾਨਿਆਂ ਕੋਲ ਸੱਟੇ 'ਤੇ ਨੰਬਰ ਲੈਣ ਆਉਣਗੇ। ਇਹੋ ਜਿਹਾ ਬਹੁਤ ਆਉਂਦੇ ਹੈ, ਉਹ ਭਜਾ ਭਜੂ ਦਿੰਦੇ ਇਸ 'ਤੇ। ਹੁਣ ਬਾਬਾ ਬੀਰ ਮਦਾਸ ਜੀ ਹੁੰਦੇ ਸੀ ਮਦੋਸ਼ੀ ਵਾਲੇ, ਜਿਨ੍ਹਾਂ ਤੋਂ ਆ ਬਾਬਾ ਗੁਰਮੁਖ ਸਿੰਘ, ਬਾਬਾ ਸਾਧੂ ਸਿੰਘ ਕਾਰਸੇ ਵਾਲੇ ਗੁਰੂ ਸਾਹਿਬ, ਉਹ ਹੈ ਉਹ ਨੇੜੇ ਨਾ ਆਉਣ ਦਿੰਦੇ। 25 ਸੁਖਮਨੀ ਸਾਹਿਬ ਨਿਤਨੇਮ ਸੀ। ਗੁਰੂ ਅਰਜਨ ਸਾਹਿਬ ਉਹਨਾਂ ਦੇ ਸਾਖਿਆਤ ਪ੍ਰਤੱਖ ਸੀ। ਕਿੰਨੀ ਕਮਾਈ ਸੀ। ਬਸ ਧੂਣੇ ਦੀਆਂ ਲੱਕੜਾਂ ਚਲਾ ਕੇ ਮਾਰਨੀਆਂ, ਕੋਈ ਸ਼ਬਦ ਇਹੋ ਜਿਹਾ ਕਹਿ ਦੇਣ ਚੜਾਵੇ ਹੀ ਨਾ। ਪਰ ਜਿਹਨਾਂ ਨੂੰ ਪਤਾ ਲੱਗ ਗਿਆ, ਬਾਬਾ ਗੁਰਮੁਖ ਸਿੰਘ, ਬਾਬਾ ਸਾਧੂ ਸਿੰਘ 14 ਸਾਲ ਉਹਨਾਂ ਦੀ ਅਰਜ ਸੇਵਾ ਕੀਤੀ। ਉਨਾ ਚਿਰ ਨਹੀਂ ਪਿੱਛੇ ਪਰਤ ਕੇ ਦੇਖਿਆ ਜਿੰਨਾ ਚਿਰ ਉਹਨਾਂ ਨੂੰ ਰੂਹਾਨੀਆਂ ਦੀ ਪੂਰੀ ਬਖਸ਼ਿਸ਼ ਨਹੀਂ ਮਿਲੀ। ਅਤੇ ਮਾਤਾ ਜਿਉਣੀ ਸੀ, ਹੁਣ ਬੜੀ ਸੇਵਾ ਕੀਤੀ, ਥੋੜ੍ਹੀਆਂ ਦੀ ਲੜਕੀ ਸੀ। ਬਾਅਦ ਵਿੱਚ ਦੇਖ ਲਓ ਉਹਨਾਂ ਦੇ ਅਸਥਾਨ ਦੀ 40 ਸਾਲ ਮਾਤਾ ਜੀ ਨੇ ਸੇਵਾ ਕੀਤੀ। 40 ਸਾਲ, ਇੱਕ ਦੋ ਦਿਨ ਉਹ 'ਤੇ ਬਖਸ਼ਿਸ਼ ਕਰ ਗਏ। ਇਸ ਤਰ੍ਹਾਂ ਹੋਰ ਬੜੀਆਂ ਸ਼ਖਸੀਅਤਾਂ। ਸੋ ਕਹਿਣ ਤੋਂ ਭਾਵ, ਲੋਕ ਤਾਂ ਕਮਲਾ ਕਹਿੰਦੇ, ਉਹ ਕਹਿੰਦੇ ਠੀਕ ਹੈ ਰਹਿਣ ਦਿਓ ਸਾਨੂੰ ਕਮਲੇ, ਤੁਸੀਂ ਸਿਆਣੇ ਬਣੇ ਰਹੋ। ਉਹ ਇਸ ਤਰ੍ਹਾਂ ਆਨੰਦ ਲੈ ਲੈਂਦੇ। ਸੋ ਇਸ ਤਰ੍ਹਾਂ ਤੁਸੀਂ ਸਿਆਣੇ ਰਹੋ, ਰੱਖੋ ਆਪਣੀ ਸਿਆਣਪ ਕੋਲ, ਸਾਨੂੰ ਰਹਿਣ ਦਿਓ ਕਮਲਪੁਣਾ ਕੋਲੇ। ਉਹ ਆਪਣੇ ਆਨੰਦ ਵਿੱਚ। ਸਭ ਖਲਕ ਸਿਆਣੇ, ਸਾਰੀ ਖਲਕਤ ਆਪਣੇ ਆਪ ਨੂੰ ਸਿਆਣਾ ਕਹਿ ਰਹੀ ਹੈ। ਮੈਂ ਬੋਰਾ, ਕਹਿੰਦੇ ਮੈਂ ਬੋਰਾ, ਮੈਂ ਝੱਲਾ ਹਾਂ, ਮਸਤਾਨਾ ਹਾਂ। ਮੈਂ ਬਿਗੜਿਓ ਬਿਗੜੇ ਮਤਿਓਰਾ। ਕਈ ਇਹੋ ਜਿਹਾ ਵੀ ਸੀ ਨਾ, ਕਹਿੰਦੇ ਇੱਕ ਵੀਰ ਜਿਹੜਾ ਪੁੱਠੀਆਂ ਗੱਲਾਂ ਕਰਦਾ ਵਿਗੜਿਆ ਆ। ਇਹ ਹੋਰ ਦੀਆਂ ਹੋਰ ਹੀ ਗੱਲਾਂ ਕਰੀ ਜਾਂਦਾ, ਕੋਈ ਸਿੱਧੀ ਗੱਲ ਨਹੀਂ ਕਰਦਾ। ਮੈਂ ਵਿਗੜਿਓ, ਕਹਿੰਦੇ ਜੇ ਮੈਂ ਵਿਗੜਿਆ ਤਾਂ ਤੁਸੀਂ ਵਿਗੜੇ ਤੋਂ ਲੈਣਾ ਕੀ ਹੈ? ਪਰੇ ਰਹੋ ਸਾਥੋਂ। ਤੁਸੀਂ ਰੱਖੋ ਆਪਣੀ ਸਿਆਣਪ ਆਪਣੇ ਕੋਲ। ਮੈਂ ਵਿਗੜਿਓ, ਸਾਨੂੰ ਕਹਿੰਦੇ ਵਿਗੜਿਆ ਹੋਇਆ, ਇਹ ਜਲਾਹਾ ਵਿਗੜ ਗਿਆ। ਕਹਿੰਦੇ ਜੋ ਲਾਹਾ, ਮੈਂ ਤਾਂ ਕਹਿੰਦੇ ਵਿਸ਼ੇਸ਼ ਕਰਕੇ ਲਾਹਾ ਲੈ ਲਿਆ, ਆਪਣੀ ਜਾਤ ਦਾ ਅਰਥ ਨਹੀਂ ਇਹ ਕਰਤਾ। ਜੋ ਲਾਹਾ, ਜੋ ਵਿਸ਼ੇਸ਼ ਕਰਕੇ ਪਰਮਾਤਮਾ ਦੀ ਪ੍ਰਾਪਤੀ ਦਾ ਲਾਹਾ ਲੈ ਲਿਆ ਹੈ। ਮੈਂ ਵਿਗੜਿਓ, ਜੇ ਤੁਸੀਂ ਕਹਿੰਦੇ ਇਹ ਵਿਗੜਿਆ, ਇਹ ਤੁਸੀਂ ਵਿਗੜੇ ਤੋਂ ਕੀ ਲੈਣਾ? ਫਿਰ ਮੇਰੇ ਕੋਲ ਦੀ ਤੁਹਾਨੂੰ ਲੋੜ ਕੀ ਸੀ? ਬਾਤ ਬਟੰਡਾ ਕਰਨ ਦੀ ਕੀ ਲੋੜ ਸੀ? ਕਮਲੇ ਨਾਲ ਗੱਲ ਕਰਨ ਦਾ ਕੀ ਫਾਇਦਾ? ਤੁਸੀਂ ਸਿਆਣਿਆਂ ਨਾਲ ਕਰੀ ਚਲੋ ਗੱਲਾਂ। ਮੈਂ ਵਿਗੜਿਓ, ਵਿਗੜੇ ਮਤ ਹੋਰਾ। ਅਤੇ ਜੇ ਮੈਂ ਵਿਗੜਿਆ, ਮੇਰੀ ਮਤ ਹੋ ਰਿਹਾ, ਕੋਈ ਬੁੱਢੀ ਸਿਆਣੀ ਹੈ, ਤੁਸੀਂ ਆਪਣੀ ਸਿਆਣਪ ਕੋਲ ਰੱਖੋ। ਸਾਨੂੰ ਤੁਹਾਡੀ ਸਿਆਣਪ ਦੀ ਲੋੜ ਨਹੀਂ। ਅਸੀਂ ਆਪਣੇ ਆਨੰਦ ਵਿੱਚ ਕਿਰਤ ਵੀ ਕਰਦੇ ਹਾਂ, ਨਾਮ ਵੀ ਜਪਦੇ ਹਾਂ, ਭਜਨ ਵੀ ਕਰਦੇ ਕਰਾਉਂਦੇ ਹਾਂ। ਵਿਗੜਿਆਂ ਨੂੰ ਵਿਗੜੇ ਰਹਿਣ ਦਿਓ। ਕਿ ਇਸ ਵਾਸਤੇ ਸਾਡੀ ਮਤ ਹੋ ਰਿਹਾ ਅਤੇ ਹੋਰ ਰਹਿਣ ਦਿਓ। ਤੁਸੀਂ ਆਪਣੀ ਸਿਆਣਪ ਨੂੰ
ਸੰਭਾਲ ਕੇ ਰੱਖਣਾ ਕਰੋ। ਰਹਾਉ। ਵਿਸਰਾਮ ਦੇ ਕੇ ਸ਼ਬਦ ਦੀ ਵਿਚਾਰ। ਭਗਤ ਜੀ ਮਹਾਰਾਜ ਕਬੀਰ ਸਾਹਿਬ ਕਿਰਪਾ ਕਰਦੇ ਹੋ, ਸੰਸਾਰੀ ਲੋਕਾਂ ਦੀ ਹਾਲਤ ਦੱਸ ਰਿਹਾ ਆ ਕਿ ਜਿਹੜੇ ਭਜਨ ਕਰਨ ਵਾਲੇ ਲੋਕ ਆ ਨਾ, ਲੋਕ ਨੂੰ ਟੀਚਰਾਂ ਕਰਦੇ ਆ। ਗ੍ਰੰਥੀ ਸਿੰਘ ਜਾਣ ਕੇ ਭਾਈ ਜੀ ਕੜਾਹ ਕਿੰਨੇ ਨੂੰ ਵਿਕਦਾ, ਟੀਚਰਾਂ ਕਰਨਗੇ ਭਾਈ ਜੀ ਅੱਜ ਕੜਾਹ ਕਿੰਨਾ ਖਾਧਾ। ਤੇ ਤੁਹਾਨੂੰ ਕੀ ਤਕਲੀਫ ਹੈ, ਜਿੰਨਾ ਉਹਨਾਂ ਨੂੰ ਹਜਮ ਹੋਇਆ ਖਾ ਲਿਆ। ਪਰ ਗੱਲ ਸੁਭਾਅ ਇਹਨਾਂ ਦਾ ਬਣਿਆ ਕਈਆਂ ਦਾ, ਜਿਵੇਂ ਰੱਸਾ ਚੱਬਦਾ ਨਾ ਬੋਲ, ਲਾਈਦਾ ਤਾਂ ਕੁਝ ਹੈ ਨਹੀਂ, ਲਾਈਦਾ ਨਹੀਂ। ਕਈਆਂ ਨੂੰ ਮਿੱਟੀ ਖਾਣ ਦਾ ਸੁਭਾਅ ਪੈ ਜਾਂਦਾ, ਮਿੱਟੀ ਖਾਣੀ ਚੰਗੀ ਨਹੀਂ, ਸੁਭਾਅ ਪੈ ਗਿਆ। ਇਸ ਤਰ੍ਹਾਂ ਜਿਹਨਾਂ ਨੂੰ ਇਹੋ ਜਿਹਾ ਸੁਭਾਅ ਪਿਆ ਨਾ, ਉਹ ਫਿਰ ਟੀਚਰਾਂ ਕਰੀ ਜਾਣ, ਟੀਚਰਾਂ ਮਸ਼ਕਰੀਆਂ। ਸੋ ਇਸ ਵਾਸਤੇ ਐਸੇ ਮਨਮੁਖ ਲੋਕ ਜਿਹੜੇ ਆ, ਉਹਨਾਂ ਦਾ ਇਸ ਤਰ੍ਹਾਂ ਦਾ ਹਾਲ ਹਵਾਲ ਹੁੰਦਾ। ਪਿੱਛੇ ਵੀ ਸੀਗਾ, ਹੁਣ ਵੀ ਹੈ, ਇਹੋ ਜਿਹੇ ਲੋਕਾਂ ਨੇ ਵੀ ਰਹਿਣਾ ਹੀ ਆ। ਇਸ ਵਾਸਤੇ ਜਿਹੜੇ ਗੁਰਮੁਖ ਆ, ਉਹ ਆਪਣੇ ਆਨੰਦ 'ਚ ਆ। ਉਹ ਕਹਿੰਦੇ ਚਲੋ ਇਹ ਗੱਲਾਂ ਕਰਦੇ ਰਹਿਣ, ਆਨੰਦ ਲੈਂਦੇ ਰਹਿਣ, ਆਪਾਂ ਆਪਣੇ ਆਨੰਦ 'ਚ। ਇਹਨਾਂ ਨੂੰ ਇਸ ਗੱਲ 'ਚ ਆਨੰਦ ਆ, ਨਿੰਦਿਆ ਚੁਗਲੀ ਦੇ ਵਿੱਚ ਹੈਂ। ਹੁਣ ਸੂਰ ਜਿਹੜਾ ਉਹ ਗੰਦਗੀ ਵੱਲ ਜਾਇਆ, ਜਲੇਬੀਆਂ ਬਰਕ ਲਾ ਕੇ ਰੱਖ ਦਿਓ, ਲੈ ਤਾਂ ਸੂਰ ਖਾ ਜਾ। ਔਰ ਉਹ ਕੋੜਾ ਪਾ ਕੇ ਸ਼ਰਬਤ ਰੱਖ ਦਿਓ, ਸੂਰ ਪੀਊਗਾ ਉਹਨੂੰ। ਜਿੱਥੇ ਸਾਰੇ ਪਿੰਡ ਦਾ ਗੰਦਾ ਪਾਣੀ ਛੱਪੜਿਆ ਨਾ, ਉੱਥੇ ਜਾ ਕੇ ਮੈਂ ਸੁਰਪੇ ਮਾਰਦਾ ਹੁੰਦਾ। ਇਹ ਮਨਮੁਖਾਂ ਦੀ ਹਾਲਤ ਐਸੀ ਹੈ ਹੈਂ। ਗੰਦਗੀ ਵੱਲ ਨੂੰ ਦੌੜਦੇ ਆ। ਬੇਸ਼ਟਾ ਕੇ ਕੀੜੇ ਬੇਸ਼ਟਾ ਮਾਹੇ ਸਮਾਵਣਾ, ਜਿਹੜੇ ਗੰਦਗੀ ਦੇ ਕੀੜੇ ਨਾ, ਉਹ ਗੰਦ ਵੱਲ ਨੂੰ ਦੌੜਦੇ ਆ, ਚੰਗਿਆਈ ਵੱਲ ਨਹੀਂ। ਭੌਰਾ ਜਿਹੜਾ ਉਹ ਤਾਂ ਪੁੱਲ 'ਤੇ ਜਾਊ, ਘੂੰਡ ਨੇ ਗੰਦ 'ਤੇ ਜਾਣਾ ਨਾ, ਗੁਆਹ ਬਰੋਲੂਗਾ। ਇਸ ਤਰ੍ਹਾਂ ਮਨਮੁਖਾਂ ਦੀ ਹਾਲਤ ਇਹ ਭੂੰਡਾਂ ਵਾਲੀ ਹੁੰਦੀ। ਗੁਰਮੁਖ ਜਿਹੜੇ ਜਗਿਆਸੂ ਭੌਰੇ, ਉਹ ਨਾਮ ਬਾਣੀ ਦੀ, ਕਥਾ ਕੀਰਤਨ ਦੀ, ਸ਼ੁਭ ਗੁਣਾਂ ਦੀ ਸੁਗੰਧੀ ਪ੍ਰਾਪਤ ਕਰਦੇ, ਗੁਰੂ ਕੀ ਸੰਗਤ ਵਿੱਚ ਆ ਕੇ ਆਪਣਾ ਆਨੰਦ ਲੈਂਦੇ ਹਨ। ਉਹ ਜਿਹੜੇ ਦੂਸਰੇ ਆ, ਉਹ ਦੇਖ ਦੇਖ ਕੇ ਸੜੀ ਜਾਣਗੇ। ਇਹ ਰੋਜ਼ ਗੁਰਦੁਆਰੇ ਤੁਰੇ ਰਹਿੰਦੇ ਆ। ਉਹ ਆਪਣੀਆਂ ਲੱਤਾਂ ਨਾਲ ਜਾਂਦਾ, ਪੈਰਾਂ ਨਾਲ ਵੀ, ਤੈਨੂੰ ਕੀ ਤਕਲੀਫ ਹੈ। ਆਪਣੇ ਸਕੂਟਰ 'ਤੇ ਆਇਆ, ਆਪਣੀ ਗੱਡੀ ਕਾਰ 'ਤੇ ਆਇਆ, ਇਹ ਰੋਜ਼ ਹੀ ਗੁਰਦੁਆਰੇ ਤੁਰੇ ਰਹਿੰਦੇ ਆ। ਜਾਂ ਨਾਮ ਜਪਦੇ ਲੈ, ਐਵੇਂ ਘੜੀ ਘੜੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ। ਰੱਬ ਗੁੱਸੇ ਨਾ ਹੋਊਗਾ? ਬਾਰ ਬਾਰ ਕਿਸੇ ਦਾ ਨਾਂ ਲਈਓ, ਗੁੱਸੇ ਹੋ ਜਾਂਦਾ, ਚਿੜ ਜਾਂਦਾ, ਰੱਬ ਗੁੱਸੇ ਹੋ ਜਾਏਗਾ। ਐਵੇਂ ਇਹ ਬੱਕਰੀ ਮੂੰਹ ਮਾਰੀ ਜਾਂਦੇ ਆ। ਇਸ ਤਰ੍ਹਾਂ ਦੀਆਂ ਇਹ ਮਨਮੁਖ ਲੋਕ ਜਿਹੜੇ ਸਾਖਤ ਲੋਕ ਆ, ਬੇਹੂਦੀਆਂ ਔਰ ਕੁਤਰਕਾਂ ਕਰਦੇ। ਸਾਡੇ ਲੋਕ ਕਬੀਰ ਸਾਹਿਬ ਦੱਸੀ ਜਾਂਦੇ ਵੀ ਕੀ ਕਰਦੇ ਸੀ, ਕੀ ਕਰਦੇ ਸੀ। ਲੱਛਣ ਇਹ ਆਪਣੀ ਕਿਰਤ ਕਰ ਰਿਹਾ, ਕਿਸੇ ਨਾਲ ਲੈਣ ਨਹੀਂ, ਦੇਣ ਨਹੀਂ, ਵੱਟ ਨਹੀਂ, ਵਿਹਾਰ ਨਹੀਂ। ਫਿਰ ਵੀ ਮੱਲੋ ਮੱਲੀ ਗੱਲ ਪੈਂਦੇ ਆ ਕੇ, ਬਾਤ ਝਗੜੇ ਕਰ ਰਹੇ ਤੇ ਕਹਿੰਦੇ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਇਹ ਸਾਰੀ ਖਲਕਤ, ਕਾਸ਼ੀ ਦੇ ਲੋਕ ਆਪਣੇ ਆਪ ਨੂੰ ਸਿਆਣਾ ਮੰਨਦੇ ਆ। ਕਬੀਰ ਬੌਰਾ ਕਹਿੰਦੇ ਇਹਨੂੰ ਬੌਰੇ ਨੂੰ ਰਹਿਣ ਦਿਓ, ਤੁਸੀਂ ਆਪਣੀ ਸਿਆਣਪ ਸੰਭਾਲ ਕੇ ਰੱਖੋ, ਸਾਡਾ ਬੌਰਾਪਨ ਸਾਡੇ ਕੋਲ ਰਹਿਣ ਦਿਓ, ਅਸੀਂ ਬੌਰੇਪਨ 'ਚ ਆਨੰਦ ਹਾਂ। ਮੈਂ ਬਿਗੜਿਓ ਬਿਗੜੇ ਮਤਿ ਔਰਾ। ਕਹਿੰਦੇ ਵਿਗੜਿਆ ਹੋਇਆ, ਕਹਿੰਦੇ ਜੇ ਮੈਂ ਵਿਗੜਿਆ ਹਾਂ, ਮੇਰੀ ਮੱਤ ਹੋ ਰਿਹਾ, ਤੇ ਮੈਂ ਤੁਹਾਨੂੰ ਨਿੰਦਾ ਕਦੋਂ ਦਿੱਤਾ ਵੀ ਕਬੀਰ ਕੋ ਆਓ। ਜਾਂ ਤਾਂ ਹੋਵੇ ਨਾ ਮੈਂ ਤੁਹਾਨੂੰ ਨਿੰਦਾ ਭੇਜਿਆ, ਕੋਈ ਕਾਰਡ ਭੇਜਿਆ ਸੀ, ਜਾਂ ਕੋਈ ਇਸ਼ਤਿਹਾਰ ਕੱਢਿਆ ਸੀ, ਕੋਈ ਢੋਲ ਖੜਕਾਇਆ ਸੀ, ਡੌਂਡੀ ਪਟਾਈ ਸੀ, ਕੋਈ ਐਡਵਰਟਾਈਜ਼ਮੈਂਟ ਕਰਾਈ ਸੀ ਕਿ ਆਓ ਕਬੀਰ ਕੋ। ਮੈਂ ਤਾਂ ਆਪਣੇ ਆਨੰਦ 'ਚ ਬੈਠਾ, ਆਪਣੀ ਕਿਰਤ ਕਰ ਰਿਹਾ। ਅਤੇ ਜੇ ਮੈਂ ਵਿਗ ਰਿਹਾ, ਬੌਰਾ ਹਾਂ, ਅਤੇ ਫਿਰ ਮੇਰੇ ਬੌਰੇਪਣ ਦੀ ਤੁਹਾਨੂੰ ਤਕਲੀਫ ਕੀ ਹੈ? ਤੁਸੀਂ ਆਪਣੀ ਸਿਆਣਪ ਸਾਂਭ ਕੇ ਰੱਖੋ। ਫਿਰ ਘਰ ਬੈਠੇ ਤੁਸੀਂ ਕਿਉਂ ਇੰਨਾ ਜੈਲਸੀ, ਇੰਨੀ ਤਕਲੀਫ ਕਿਉਂ ਕਰ ਰਹੇ ਹੈ?
ਇਹ ਵਿਗੜਿਆ ਹੋਇਆ, ਇਹਦੀ ਵਿਗੜੇ ਦੀ ਮੱਤ ਹੋਰ ਹੈ, ਇਹਨੂੰ ਰਹਿਣ ਦਿਓ। ਮੈਂ ਆਪਣੇ ਮਹੱਲੇ 'ਚ ਉੱਥੇ ਰਹਿ ਰਿਹਾ, ਪਰ ਫਿਰ ਵੀ ਦੇਖ ਲਓ ਲੋਕ ਜੀਣ ਨਹੀਂ ਨਾ ਦਿੰਦੇ। ਕਿੰਨੀ ਤਕਲੀਫ ਮੰਨਦੇ ਆ। ਕਹਿੰਦੇ ਤੁਸੀਂ ਮੰਗ ਕੇ ਢਿੱਡ ਭਰਦੇ ਆ, ਮੈਂ ਕਿਰਤ ਕਰਕੇ ਰੋਟੀ ਖਾ ਰਿਹਾ, ਫਿਰ ਵੀ ਤੁਹਾਨੂੰ ਬੜੀ ਤਕਲੀਫ। ਅਤੇ ਮੈਂ ਤਾਂ ਆਪਣੀ ਕਿਰਤ ਕਰਕੇ ਰੋਟੀ ਖਾ ਵੀ ਰਿਹਾ, ਜੇ ਕੋਈ ਮੇਰੇ ਕੋਲ ਆਉਂਦਾ ਉਹਨੂੰ ਖਿਲਾਉਂਦਾ ਵੀ ਹਾਂ। ਅਤੇ ਅਸੀਂ ਤੁਸੀਂ ਮੰਗ ਕੇ ਢਿੱਡ ਭਰਨ ਵਾਲੇ ਆ ਹੈਂ। ਜੇ ਜ਼ਮਾਨਾਂ ਦੇ ਆਸਤੇ ਤੁਹਾਡਾ ਜੀਵਨ ਹੈ, ਪਰਮਾਤਮਾ 'ਤੇ ਤੁਹਾਡਾ ਭਰੋਸਾ ਨਹੀਂ। ਮਾਇਆ ਵਾਸਤੇ ਤੁਸੀਂ ਵਿਦਿਆ ਵੇਚੋ, ਜਨਮਾਂ ਵਿਰਥਾ ਜਾਈ, ਇਹ ਤੁਹਾਡੀ ਦਸ਼ਾ। ਅਤੇ ਤੁਸੀਂ ਈਰਖਾ ਵਾਧੂ ਦੀ ਕਰਨ ਰਹੇ ਆ। ਮੈਂ ਬੌਰਾ ਤੁਹਾਡੇ ਨਾਲ ਈਰਖਾ ਤਾਂ ਨਹੀਂ ਕਰਦਾ, ਅਤੇ ਤੁਹਾਡੀ ਸਿਆਣਪ ਦਾ ਕੀ ਫਾਇਦਾ। ਈਰਖਾ ਅਤੇ ਨਿੰਦਿਆ ਨਾਲ ਤੁਸੀਂ ਭਰੇ ਪਏ ਹੋ। ਸਵਾਦ ਤਾਂ ਇਹ ਸੀ, ਜੇ ਤੁਸੀਂ ਵਿਦਿਆ ਪੜ੍ਹੇ ਸੀ, ਇਹ ਦੋਸ਼ ਵਕਾਰ ਛੱਡ ਕੇ ਆਪਣੇ ਮਨ ਨੂੰ ਸ਼ਾਂਤ ਕਰਦੇ, ਇਹਦਾ ਠੀਕ ਸੀ। ਕਿ ਵਿਦਿਆ ਪੜ੍ਹਨ ਦਾ ਕੀ ਫਾਇਦਾ ਹੋਇਆ। ਤੁਹਾਡਾ ਜਿਹੜਾ ਹਿਰਦਾ ਉਹ ਈਰਖਾ ਦੇ, ਕਾਮ ਕ੍ਰੋਧ ਦੇ ਅੰਗਿਆਰਾਂ ਨਾਲ ਭਰਿਆ ਹੋਇਆ, ਸੜ ਰਹੇ ਹੈ ਅਤੇ ਦੂਜਿਆਂ ਨੂੰ ਸਾੜ ਰਹੇ ਹੋ। ਇਹ ਤੁਹਾਡੀ ਐਸੀ ਹਾਲਤ ਹੈ। ਫਿਰ ਪੜ੍ਹੋ, ਮੈਂ ਬਿਗੜਿਓ ਬਿਗੜੈ ਮਤਿ ਔਰਾ। ਮੈਨੂੰ ਕਹਿੰਦੇ ਵਿਗੜਿਆ ਹੋਇਆ, ਇਹਦੀ ਮੱਤ ਹੋ ਰਿਹਾ। ਅਤੇ ਤੁਹਾਡੀ ਜਿਹੜੀ ਸਿਆਣਪ ਵਾਲੀ ਮੱਤ, ਇਹਨੂੰ ਕੋਲ ਰੱਖੋ। ਮੈਨੂੰ ਜੋ ਸਵਾਮੀ ਰਾਮਾਨੰਦ ਨੇ ਮੱਤ ਦੇ ਦਿੱਤੀ ਹੈ, ਮੈਂ ਉਹਦੇ 'ਚ ਸੰਤੁਸ਼ਟ ਹਾਂ। ਉਹਦਾ ਨਾਮ ਹੈ ਗੁਰਮਤ। ਜਿਹੜੀ ਮੈਨੂੰ ਗੁਰਮਤ ਮਿਲ ਗਈ ਆ ਨਾ, ਮੈਂ ਉਹਦੇ 'ਚ ਸੰਤੁਸ਼ਟ ਹਾਂ। ਤੁਸੀਂ ਵਿਦਿਆ ਪੜ੍ਹ ਕੇ ਵੀ ਮਨਮਤ ਲਈ ਫਿਰਦੇ ਆ, ਮੈਂ ਆਨੰਦ ਸਰੂਪ ਦੇ ਵਿੱਚ ਹਾਂ। ਰਹਾਉ। ਵਿਸਰਾਮ ਦੇ ਕੇ ਭਗਤ ਜੀ ਅੱਗੇ ਇਹਨਾਂ ਜਾਤੀ ਅਭਿਮਾਨੀ, ਵਿਦਿਆ ਦੇ ਅਭਿਮਾਨੀ ਹੰਕਾਰੀਆਂ ਦਾ ਹੰਕਾਰ ਚੂਰਨ ਕਰ ਰਹੇ। ਢਿੱਡ ਦੁਖਦਾ ਹੋਵੇ ਨਾ, ਫਿਰ ਚੂਰਨ ਦੇਣਾ ਪੈਂਦਾ, ਫਾੜਾ ਚੜ੍ਹਿਆ ਹੋਵੇ। ਇਹਨਾਂ ਨੂੰ ਜਿਹੜਾ ਵਿਦਿਆ ਦੀ ਪੜ੍ਹਾਈ ਦਾ ਹੰਕਾਰ ਫਾੜਾ ਚੜ੍ਹਿਆ ਹੋਇਆ ਸੀ, ਉਹਨੂੰ ਕਬੀਰ ਸਾਹਿਬ ਇਹਨਾਂ ਉਪਦੇਸ਼ਾਂ ਦੁਆਰਾ ਨਿਵਰਤ ਕਰਦੇ ਹਨ। ਆਪ ਨ ਬੌਰਾ ਰਾਮ ਕੀ ਬੌਰਾ। ਬੌਰਾ ਕਮਲਾ, ਇਹ ਕਮਲ ਪੁਣਾ ਤਾਂ ਬੜੀ ਮਿਹਨਤ ਨਾਲ ਮੈਨੂੰ ਮਿਲਿਆ। ਗੁਰੂਆਂ ਉਸਤਾਦਾਂ ਦੀਆਂ ਮਾਰਾਂ ਖਾਧੀਆਂ, ਉਵੇਂ ਨਹੀਂ ਮਿਲਿਆ ਇਹ, ਮੁਫਤ ਨਹੀਂ ਮਿਲਿਆ ਇਹ। ਕਹਿੰਦੇ ਆਪ ਨਾ ਬੌਰਾ, ਮੈਂ ਆਪ ਬੌਰਾ ਨਹੀਂ ਹੋਇਆ। ਰਾਮ ਕੀਓ ਬੌਰਾ, ਮੇਰੇ ਰਾਮ ਰਮੇ ਹੋਏ ਪਰਮੇਸ਼ਰ ਨੇ ਮੈਨੂੰ ਬੌਰਾ ਆਪਣੇ ਪਿਆਰ ਵਿੱਚ ਝੱਲਾ ਦੀਵਾਨਾ ਮਸਤਾਨਾ ਬਣਾ ਦਿੱਤਾ ਹੈ। ਸਤਿਗੁਰ ਜਾਰ ਗਇਓ ਬ੍ਰਹਮ ਮੋਰਾ। ਸਤਿਗੁਰ ਮੇਰੇ ਜਿਹੜੇ ਗੁਰੂ ਸੀ, ਉਸਤਾਦ ਸੀ, ਸਵਾਮੀ ਰਾਮਾਨੰਦ ਜੀ ਮਹਾਰਾਜ, ਉਹਨਾਂ ਨੇ ਐਸੀ ਦਿਵ ਦ੍ਰਿਸ਼ਟੀ ਕਿਰਪਾ ਕੀਤੀ। ਪਹਿਲਾਂ ਉਹਨਾਂ ਦੇ ਮਨ ਵਿੱਚ ਐਸਾ ਸੀ ਕਿ ਬ੍ਰਾਹਮਣ ਹੀ ਵਿਦਿਆ ਔਰ ਗਿਆਨ ਦਾ ਅਧਿਕਾਰੀ, ਕਿ ਮੇਰੇ ਮਨ 'ਚ ਇੱਛਾ ਹੋਈ ਸਵਾਮੀ ਜੀ ਤੋਂ ਗੁਰਦੀਕਸ਼ਾ ਪ੍ਰਾਪਤ ਕੀਤੀ ਜਾਏ। ਜਦੋਂ ਉਹ ਅੰਮ੍ਰਿਤ ਵੇਲੇ 1 ਵਜੇ ਗੰਗਾ 'ਤੇ ਇਸ਼ਨਾਨ ਕਰਨ ਵਾਸਤੇ ਜਾਇਆ ਕਰਦੇ ਸੀ, ਮੈਨੂੰ ਸੀ ਕਿ ਸਵਰਨ ਜਾਤੀ ਦਾ ਹੋਣ ਕਰਕੇ ਸ਼ਾਇਦ ਗੁਰਦੀਕਸ਼ਾ ਨਾ ਕਰਨ, ਗੁਰਦੀਖਿਆ ਨਾ ਦੇਣ, ਉਪਦੇਸ਼ ਨਾ ਦੇਣ, ਗੁਰਮੰਤਰ ਨਾਮ ਨਾ ਦੇਣ, ਅਤੇ ਮੈਂ ਉਹਨਾਂ ਦੇ ਰਸਤੇ 'ਚ ਲਿਟ ਗਿਆ। ਉਦੋਂ ਇੰਨੀਆਂ ਲਾਈਟਾਂ ਤਾਂ ਹੁੰਦੀਆਂ ਨੇ। ਸਵਾਮੀ ਜੀ ਲੈ ਗਏ, ਉਹਨਾਂ ਦਾ ਠੁੱਡ ਵੱਜਿਆ। ਕਹਿੰਦੇ ਕਹੋ ਰਾਮ ਕੇ ਰਾਮ। ਕਹਿੰਦੇ ਮੈਂ ਸਮਝਿਆ ਮੈਨੂੰ ਗੁਰਮੰਤਰ ਮਿਲ ਗਿਆ, ਅਤੇ ਮੈਂ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਸਵਾਮੀ ਜੀ ਮਹਾਰਾਜ ਸਰਗੁਣ ਦੀ ਪੂਜਾ ਕਰਦੇ ਸੀ, ਔਰ 16 ਪ੍ਰਕਾਰ ਦੀ ਪੂਜਾ ਕਰਦੇ ਸੀ। ਬਾਕੀ ਸਾਰਾ ਕੁਝ ਕਰ ਹਟੇ। ਮੁਕਟ ਰੱਖਿਆ ਗਿਆ ਸੀਸ 'ਤੇ, ਮਾਲਾ ਪਹਿਨਾਉਣੀ ਸੀ ਬਜੰਤੀ ਮਾਲਾ, ਬਾਂਸੀ ਸੀਪੀ ਸੂਕਰੀ ਕਰੀ ਗਿਰੀ ਮਠ ਸਾਲ, ਖਟ ਮੋਤੀਏ ਕੋਈਏ ਬਣੀ ਬਜੰਤੀ ਮਾਲ। ਇਹ 6 ਤਰ੍ਹਾਂ ਦੇ ਮੋਤੀ ਹੁੰਦੇ ਆ, ਜਿਨ੍ਹਾਂ ਦੀ ਬਜੰਤੀ ਮਾਲਾ ਬਣਦੀ ਹੈ, ਭਗਵਾਨ ਪਹਿਨਦੇ ਆ। ਉਹ ਮਾਲਾ ਬਣਾਉਣੀ ਸੀ। ਮੁਕਟ ਪਹਿਲਾਂ ਰੱਖਿਆ ਗਿਆ,
ਹੁਣ ਇਹ ਮੁਕਟ ਲਾ ਕੇ ਕਰਦੇ ਸਮਝਣੇ ਪਏ ਬੇਅਦਬੀ ਹੈ। ਤੇ ਮਾਲਾ ਹੁਣ ਕਿਵੇਂ ਪਾਉਣ? ਕਬੀਰ ਸਾਹਿਬ ਬਾਹਰ ਸੀ, ਇਹਨਾਂ ਦੀ ਕਿਰਪਾ ਨਾਲ ਮੈਨੂੰ ਅੰਦਰਲਾ ਰਾਜ ਭੇਦ ਮਿਲਿਆ। ਉਹ ਹੁਣ ਦਿਵ ਦ੍ਰਿਸ਼ਟੀ ਮਿਲ ਗਈ ਸੀ। ਕਹਿਣ ਲੱਗੇ ਗੁਰੂ ਜੀ ਕਾਹਲੇ ਸੰਸ 'ਚ ਪਏ ਆ, ਮਾਲਾ ਦੀ ਗੰਢ ਖੋਲ ਕੇ ਗਲ 'ਚ ਪਾ ਕੇ ਫੇਰ ਗੰਢ ਬੰਨ੍ਹ ਦਿਓ। ਉਹ ਕਹਿੰਦੇ ਕਮਾਲ ਦੀ ਗੱਲ ਆ, ਮੈਂ ਅੰਦਰ ਆ, ਬਾਹਰ ਕੌਣ ਹੈ? ਐਡੀ ਅੰਤਰ ਜਮਤਾ। ਕਹਿਣ ਲੱਗੇ ਤੂੰ ਕੌਣ ਹੈ? ਪੂਜਾ ਵਾਲੀ ਗੱਲ ਤਾਂ ਭੁੱਲ ਗਈ। ਕਹਿੰਦੇ ਤੁਹਾਡਾ ਚੇਲਾ ਕਬੀਰ। ਕਹਿਣ ਲੱਗੇ ਮੈਂ ਤਾਂ ਤੈਨੂੰ ਉਪਦੇਸ਼ ਨਹੀਂ ਦਿੱਤਾ। ਕਹਿੰਦੇ ਜਦੋਂ ਆਪ ਜੀ ਇਸ਼ਨਾਨ ਲਈ ਗਏ ਸੀ, ਮੈਂ ਤੁਹਾਡੇ ਚਰਨਾਂ ਦੀ ਖਾਕ ਵਾਸਤੇ ਰਸਤੇ ਵਿੱਚ ਲਿਟਿਆ ਹੋਇਆ ਸੀ। ਆਪ ਜੀ ਦੇ ਪਵਿੱਤਰ ਚਰਨਾਂ ਦੀ ਟੋਹ ਵੱਜੀ। ਕਿਆ ਕੌਣ ਹੈ? ਕੌ ਰਾਮ ਕੇ ਰਾਮ। ਮੈਂ ਕਿਹਾ ਮੈਨੂੰ ਸ਼ਬਦ ਮਿਲ ਗਿਆ, ਮੈਂ ਕਮਾਈ ਕੀਤੀ। ਆਪ ਜੀ ਦੇ ਆਸ਼ੀਰਵਾਦ ਨਿਰੰਕਾਰ ਦੀ ਕਿਰਪਾ ਹੋਈ, ਕੁੰਡਲਨੀ ਖੁੱਲ੍ਹ ਗਈ ਔਰ ਗਿਆਨ ਜਾਗਰਤ ਅਵਸਥਾ ਪ੍ਰਾਪਤ ਹੋ ਗਈ। ਦਸਮ ਦੁਆਰਾ ਅਗਮਾ ਪਾਰਾ ਪਰਮਪੁਰ ਕੀ ਘਾਟੀ। ਕਹਿਣ ਲੱਗੇ ਅੱਛਾ, ਇਹ ਵੀ ਐਵੇਂ ਇੱਕ ਭਰਮ ਸੀ ਕਿ ਬ੍ਰਾਹਮਣ ਬਿਨਾਂ ਗਿਆਨ ਨਹੀਂ। ਕਹਿੰਦੇ ਅੱਜ ਮੈਂ ਮੰਦਰ 'ਤੇ ਖੜ੍ਹ ਕੇ ਤਾਰਕ ਮੰਤਰ ਸੁਣਾਵਾਂਗਾ, ਜਿਹੜਾ ਸੁਣੇਗਾ ਸਭ ਨੂੰ ਬ੍ਰਹਮ ਗਿਆਨ ਹੋ ਜਾਏਗਾ। ਕਾਸ਼ੀ 'ਚ ਢੰਡੋਰਾ ਫੇਰਿਆ ਗਿਆ, ਪਰ ਕਰਮਾਂ ਤੋਂ ਬਿਨਾਂ ਕਿੱਥੋਂ। ਕਹਿੰਦੇ 84 ਬੰਦਿਆਂ ਨੇ ਸੁਣਿਆ, 84 ਦੇ 84 ਬ੍ਰਹਮ ਗਿਆਨੀ ਬਣ ਗਏ। 84 ਦੇ 84 ਉਹਨਾਂ ਵਿੱਚ ਆ ਸਾਰੇ ਆ ਜਾਂਦੇ ਇਹ, ਜਿਹਨੇ ਰਵਿਦਾਸ ਵਗੈਰਾ। ਸੋ ਇਸ ਵਾਸਤੇ ਕਹਿੰਦੇ ਸਤਿਗੁਰ ਜਾਰ ਗਏ ਭ੍ਰਮ ਮੋਰਾ। ਮੇਰੇ ਜਿਹੜੇ ਗੁਰੂ ਸਵਾਮੀ ਰਾਮਾਨੰਦ ਸੀ, ਉਹਨਾਂ ਨੇ ਮੇਰੇ ਮਨ ਦਾ ਜਿਹੜਾ ਭਰਮ ਸੀ ਉਹਨੂੰ ਗਿਆਨ ਅਗਨੀ ਦੁਆਰਾ ਸਾੜ ਕੇ ਸੁਆਹ ਕਰ ਦਿੱਤਾ ਹੈ। ਭਰਮ ਖਤਮ ਹੋ ਗਿਆ। 5 ਪ੍ਰਕਾਰ ਦਾ 7 ਪ੍ਰਕਾਰ ਦਾ ਭੈ ਜਿਹੜਾ ਸੀ ਉਹ ਵੀ ਨਿਵਰਤ ਹੋ ਗਿਆ। ਆਤਮਾ ਗਿਆਨ ਤੋਂ ਬਾਅਦ ਹੁਣ ਉਸ ਬੌਰਾਨੀ ਅਵਸਥਾ ਨੂੰ ਪ੍ਰਾਪਤ ਕੀਤਾ। ਤੁਸੀਂ ਬੌਰਾ ਕਹਿੰਦੇ ਆ ਤੇ ਸੰਤ ਭਗਤ ਲੋਕ ਉਹਨੂੰ ਮਸਤਾਨਾ ਕਹਿੰਦੇ। ਇਹ ਕਹਿੰਦੇ ਮਸਤਾਨੀ ਜਿਹੜੀ ਅਵਸਥਾ ਹੈ ਇਹ ਪ੍ਰਾਪਤ ਹੋਈ ਹੈ। ਮੈਂ ਬਿਗੜੇ ਆਪਣੀ ਮਤ ਖੋਈ। ਪੰਡਤੋ ਜੇ ਤੁਸੀਂ ਇਹ ਗੱਲ ਕਹਿੰਦੇ ਕਬੀਰ ਵਿਗੜਿਆ, ਮੈਂ ਆਪਣੀ ਮਤ ਨਾਸ ਕਰ ਲਈ, ਤੁਹਾਡਾ ਤਾਂ ਕੁਝ ਨਹੀਂ ਵਿਗਾੜਿਆ। ਤੁਸੀਂ ਸਿਆਣੇ ਰਹੋ, ਇੱਕ ਪਾਸੇ ਬਣਾਓ ਟੋਲੇ ਆਪਣੇ, ਸਾਨੂੰ ਕਮਲਿਆਂ ਨੂੰ ਰਹਿਣ ਦਿਓ ਇੱਕ ਪਾਸੇ, ਕਮਲਿਆਂ ਨੂੰ ਇੱਕ ਪਾਸੇ ਰਹਿਣ ਦਿਓ। ਪਰ ਇਹ ਜਿਹੜੇ ਕਮਲੇ ਬਾਬਾ ਸ੍ਰੀ ਚੰਦ ਗਏ ਸੀ ਨਾ, ਉਹ ਬੈਠੇ ਦਰਖਤ ਥੱਲੇ ਭਜਨ ਕਰਨ। ਉਹ ਛੋਕਰੇ ਹੁੰਦੇ ਨਾ ਪਸ਼ੂ ਚਾਰਦੇ। ਕਹਿੰਦੇ ਕੌਣ ਆ? ਕਹਿੰਦੇ ਜੀ ਇਹ ਕਮਲਾ ਭਾਈ ਕਮਲੀਆ ਜੀ। ਕਹਿਣ ਲੱਗੇ ਮਹਾਰਾਜ ਤੁਹਾਨੂੰ ਪਿੰਡ ਦੇ ਲੋਕ ਕਮਲੇ ਕਹਿੰਦੇ ਆ। ਕਹਿੰਦੇ ਕਮਲਿਆਂ ਨੂੰ ਕਮਲੇ ਹੀ ਦੇਖਦੇ ਹੁੰਦੇ। ਉਹ ਪਿੰਡ ਦਾ ਨਾਂ ਕਮਲਿਆਂ ਦਾ। ਜਿਹੜੇ ਪਿੰਡ ਨੂੰ ਪਤਾ ਲੱਗਾ ਕਹਿੰਦੇ ਮਹਾਰਾਜ ਬਖਸ਼ ਦਿਓ, ਗਲਤੀ ਦੇ ਕਨੇ। ਕਹਿੰਦੇ ਇੱਕ ਵਾਰੀ ਦਿਹਾੜੀ 'ਚ ਤੁਹਾਡੇ ਕਮਲ ਜ਼ਰੂਰ ਹੋਇਆ ਕਰੂ। ਉਹ ਹੁਣ ਵੀ ਹੁੰਦਾ, ਉਦੋਂ ਪੁੱਠੀਆਂ ਗੱਲਾਂ ਜ਼ਰੂਰ ਕਰਨਗੇ। ਉਹ ਬਚਨ ਜਿਹੜਾ ਛੱਡ ਗਿਆ, ਕਮਲਿਆਂ ਦਾ ਮਨਿਆਲਾ ਵੱਜਦਾ। ਉਹ ਕਮਲਿਆਂ ਦਾ ਮਨਿਆਲਾ ਇੱਕ ਵਾਰੀ ਉੱਥੇ ਕਮਲ ਜ਼ਰੂਰ ਵੀ ਘੁੱਟਣਾ। ਉਹਦਾ ਬਚਨ ਛੱਡ ਗਿਆ, ਇੰਨਾ ਕੁ ਤਾਂ ਕਰ ਗਿਆ। ਕਹਿੰਦੇ ਯਾਦ ਰਹੂਗੀ, ਪਿਓ ਸਾਰਾ ਸੰਤਾਂ ਨੂੰ ਪੰਗੇ ਲਈਦੇ ਹੁੰਦੇ ਆ। ਕਮਲਿਆਂ ਦਾ ਮਨਿਆਲਾ ਉਹ ਫਿਰ ਝੱਲ ਫੁੱਟਦਾ, ਉਹਨਾਂ ਨੂੰ ਉਦੋਂ ਪੁੱਠੀਆਂ ਗੱਲਾਂ ਕਰਨਗੇ। ਜੇ ਕਹੀਏ ਕਿ ਕਹਿੰਦੇ ਵੀ ਬਾਬੇ ਦੇ ਬਣ ਲੱਗੇ ਹੋਏ ਆ। ਸੋ ਇਸ ਵਾਸਤੇ ਫਿਰ ਪੜ੍ਹੋ ਭਾਈ। ਮੈਂ ਬਿਗੜੇ ਆਪਣੀ ਮਤ ਖੋਈ। ਤੁਸੀਂ ਕਹਿੰਦੇ ਵਿਗੜਿਆ, ਮੈਂ ਆਪਣੀ ਬੁੱਧ ਜਿਹੜੀ ਸੀ ਕੋਈ ਨਾਸ ਕਰ ਲਈ, ਤੁਹਾਡਾ ਤਾਂ ਕੁਝ ਨਹੀਂ ਵਿਗਾੜਿਆ। ਜੇ ਕਮਲ ਪੁਣਾ ਉਹ ਮੇਰੇ ਕੋਲ, ਜੇ ਸਿਆਣਪ ਮੇਰੀ ਆਪਣੀ ਉਹ ਮੇਰੀ, ਤੁਹਾਨੂੰ ਕੀ ਤਕਲੀਫ? ਜੇ ਮੈਂ ਕਮਲਾ ਹਾਂ ਤੇ ਮੈਨੂੰ ਕਮਲਾ ਰਹਿਣ ਦਿਓ। ਜੇ ਮੇਰੀ ਮੱਤ ਨਾਸ ਹੋ ਗਈ ਹੈ
ਹੈਂ ਤੁਸੀਂ ਤਾਂ ਮੇਰੀ ਬੁੱਧੀ ਦੁਆਰਾ ਕੋਈ ਫੈਕਟਰੀ ਚਲਾਉਣੀ ਨਹੀਂ, ਕੋਈ ਹੋਰ ਕਾਰੋਬਾਰ ਨਹੀਂ ਚਲਾਉਣਾ, ਤੁਸੀਂ ਆਪਣੀ ਮੱਤ ਵਰਤੀ ਚਲੋ। ਰਹਿਣ ਦਿਓ ਸਾਨੂੰ ਕਮਲਿਆਂ ਨੂੰ ਇੱਕ ਪਾਸੇ, ਤੁਸੀਂ ਸਿਆਣੇ ਇੱਕ ਪਾਸੇ ਰਹੋ। ਹਾਂਜੀ, ਇਸ ਵਾਸਤੇ ਕਹਿੰਦੇ ਮੈਂ ਵਿਗੜਿਓ ਆਪਣੀ ਮੱਤ ਕੋਈ, ਜੇ ਮੈਂ ਵਿਗੜਿਆ ਹਾਂ ਆਪਣੀ ਮੱਤ ਨਾਸ ਕਰ ਲਈ ਹੈ ਤੇ ਤੁਹਾਡਾ ਤਾਂ ਕੁਝ ਨਹੀਂ ਵਿਗਾੜਿਆ ਹੈ। ਮੇਰੇ ਭਰਮ ਭੁੱਲੋ ਮਤ ਕੋਈ। ਹਾਂ, ਜੇ ਤੁਸੀਂ ਕਹਿੰਦੇ ਬੋਰਾ ਕਬੀਰ ਦਾ ਭਰਮ ਕਰਕੇ ਤੁਸੀਂ ਨਾ ਭੁੱਲੋ, ਤੁਸੀਂ ਸਿਆਣੇ ਬਣੇ ਰਹੋ, ਆਪਣੀ ਸਿਆਣਪ ਨੂੰ ਸਾਂਭ ਕੇ ਰੱਖੋ। ਇਹ ਸਿਆਣਪ ਦੀ ਰਜਿਸਟਰੀ ਪੰਡਤੋ ਤੁਹਾਨੂੰ ਹੀ ਰੱਬ ਨੇ ਕੀਤੀ ਹੋਈ ਹੈ, ਹੋਰ ਦੁਨੀਆ ਤੋਂ ਕੋਈ ਸਿਆਣਾ ਨਹੀਂ ਹੋ ਸਕਦਾ। ਲਾਇਸੈਂਸ ਹੋਊ ਤੁਹਾਡੇ ਕੋਲ ਸਿਆਣਪ ਦਾ। ਇਸ ਤਰ੍ਹਾਂ ਦਾ ਹਾਲ ਹਵਾਲ ਹੈ। ਸੋ ਬੌਰਾ ਜੋ ਆਪਨਾ ਪਛਾਨੈ। ਹੁਣ ਐਨ ਜਿਵੇਂ ਹੁੰਦੀ ਨਾ ਸਣ ਹੁੰਦੀ ਹੈ, ਪਹਿਲਾਂ ਤੋਂ ਛੱਪੜ 'ਚ ਭਿਆਉਂਦੇ ਹੁੰਦੇ ਜੀ ਅੱਗੇ, ਫਿਰ ਉਹਨੂੰ ਥਾਪੜੀ ਨਾਲ ਚੱਗਾਂ ਚਿਪਣਾ, ਇਹ ਵੱਟ ਬੁੱਟ ਕੱਢ ਕੇ ਫੇਖੀਆਂ 'ਚ ਰੱਸਾ ਵੱਟਣਾ, ਫੇਰ ਭੇ ਕੇ ਚੰਗਾ ਕੁੱਟਦੇ ਹੁੰਦੇ ਸੀ, ਫਿਰ ਉਹ ਰੱਸਾ ਕੰਮ ਆਉਂਦਾ ਸੀ। ਤੇ ਕਬੀਰ ਸਿੰਘ ਨੇ ਪਹਿਲਾਂ ਐਨ ਚੰਗੇ ਚਿੱਪੇ ਆ, ਅਤੇ ਹੁਣ ਦੇਖ ਲਓ ਕਿਹੋ ਜਿਹੀ ਕਰਾਰੀ ਚੋਟ ਮਾਰ ਰਹੇ ਹੈ। ਇਹਨਾਂ ਦਾ ਜਾਤੀ ਅਭਿਮਾਨ, ਵਿੱਦਿਆ ਦਾ ਹੰਕਾਰ ਚਕਨਾ ਚੂਰ ਕਰ ਰਹੇ ਹਨ। ਹਾਂਜੀ, ਸੋ ਬੌਰਾ ਜੋ ਆਪਨਾ ਪਛਾਨੈ। ਸੁਣ ਲਓ ਬੜੇ ਸਿਆਣਿਓ, ਤੁਸੀਂ ਮੈਨੂੰ ਬੌਰਾ ਕਹਿੰਦੇ ਆ। ਬੌਰਾ ਉਹ ਆ ਜਿਸ ਨੇ ਆਪਣੇ ਸਵੈੰਗ ਸਰੂਪ ਆਤਮਾ ਨੂੰ, ਪਰਮਾਤਮਾ ਨੂੰ ਨਹੀਂ ਪਛਾਣਿਆ। ਨਾ ਤੁਸੀਂ ਆਪਣੇ ਆਪ ਨੂੰ ਪਛਾਣਨ ਜੋਗੇ, ਨਾ ਦੂਏ ਨੂੰ ਪਛਾਣਨ ਜੋਗੇ। ਜਿਹਨੇ ਰੱਬ ਨੂੰ ਪਛਾਣ ਲਿਆ ਉਹਨੂੰ ਬੌਰਾ ਦੱਸਦੇ ਆ। ਮੇਰੇ ਖਿਆਲ ਵਿੱਚ ਤਾਂ ਤੁਹਾਡੇ ਵਰਗਾ ਬੌਰਾ ਦੁਨੀਆ 'ਤੇ ਨਹੀਂ ਕੋਈ। ਤੁਸੀਂ ਤਾਂ ਸਿਆਣਾ ਸਮਝਦੇ ਆ, ਮੇਰੇ ਖਿਆਲ ਤੁਸੀਂ ਸਾਰਿਆਂ ਬੌਰਿਆਂ ਦੇ ਸਰਦਾਰ ਸ਼੍ਰੋਮਣੀ ਹੋ। ਆਪ ਪਛਾਨੈ ਤਾਂ ਏਕੈ ਜਾਣੈ। ਪੰਡਤੋ ਸੁਣ ਲਓ, ਕਹਿੰਦੇ ਜਿਹਨੇ ਆਪਣੇ ਆਪ ਨੂੰ ਪਛਾਣ ਲਿਆ ਨਾ, ਆਪਣੀ ਆਤਮਾ, ਇਹ ਆਤਮਾ ਸਾਰਿਆਂ ਵਿਆਪਕ ਸਰੂਪ ਹੈ, ਪ੍ਰਛਿੰਨ ਨਹੀਂ, ਵਿਆਪਕ ਸ਼ਕਤੀ। ਅਤੇ ਜਿਹਨੇ ਆਪਣੀ ਆਤਮਾ ਪਛਾਣ ਲਈ ਸਾਰਿਆਂ 'ਚ ਉਹੀ ਆਤਮਾ, ਉਹਦੇ ਅੰਦਰ ਦਾ ਭੇਦ ਚੱਲ ਜਾਂਦਾ, ਸਮਝ ਰਸ਼ਟਾ ਬਣ ਜਾਂਦਾ। ਉਹਦੇ ਅੰਦਰੋਂ 5 ਵਿਕਾਰ, ਈਰਖਾ, ਵਕੀਲੀ, ਨਫ਼ਰਤ, ਝਗੜਾ, ਵਾਦ ਵਿਵਾਦ ਸਾਰਾ ਖਤਮ ਹੋ ਜਾਂਦਾ ਹੈ। ਇਸ ਵਾਸਤੇ ਕਹਿੰਦੇ ਆਪ ਪਛਾਨੈ ਉਹ ਰਾਮੈ ਜਾਣੈ। ਜਿਹੜਾ ਆਪ ਨੂੰ ਪਛਾਣਦਾ ਉਹ ਸਾਰੇ ਸੰਸਾਰ 'ਚ ਇੱਕ ਪਰਮੇਸ਼ਰ ਨੂੰ ਜਾਣਨ ਵਾਲਾ ਬਣ ਜਾਂਦਾ ਹੈ। ਤੁਸੀਂ ਲੋਕਾਂ ਨੂੰ ਗਿਆਨ ਤਾਂ ਸੁਣਾਉਂਦੇ ਆ, ਪਰ ਗਲੇ ਗਿਆਨ ਨਾਲ ਢੂੰਢੀ ਕਥਨ ਕਰੜਾ ਸਾਰ। ਜਿਵੇਂ ਲੋਹਾ ਚੱਬਣਾ ਔਖਾ ਨਾ, ਇਸ ਤਰ੍ਹਾਂ ਹੀ ਬਹੁਤੇ ਲੋਕ ਤੇ ਚੁੰਚ ਗਿਆਨੀ ਗੱਲਾਂ ਦਾ ਗਿਆਨ ਆ, ਕੋਈ ਨਾਮ ਅਭਿਆਸ ਨਹੀਂ, ਕੋਈ ਕਮਾਈ ਨਹੀਂ, ਕੋਈ ਅਮਲ ਨਹੀਂ ਹੈ। ਇਸ ਵਾਸਤੇ ਭਗਤ ਕਬੀਰ ਜੀ ਦੱਸ ਰਹੇ ਹਨ। ਔਰ ਇਹਨਾਂ ਦਾ ਹੰਕਾਰ, ਔਰ ਜਿਹੜਾ ਇਹਨੂੰ ਅਫਰੇਮਾ ਚੜ੍ਹਿਆ ਹੋਇਆ ਸੀ, ਉਹ ਵਿਚਾਰ ਦਾ ਚੂਰਨ ਦੇ ਕੇ, ਅਫਰੇਮਾ ਵੀ ਸੀ ਨਾਲ, ਦਰਦ ਵੀ ਸੀ, ਪੀੜਾ, ਉਹ ਵੀ ਦੂਰ ਕਰ ਰਹੇ ਹਨ। ਅਬਹਿ ਨਾ ਮਾਤਾ ਸੋ ਕਬਹੁ ਨਾ ਮਾਤਾ। ਪੰਡਤੋਂ ਮਨੁੱਖ ਜਨਮ ਪਾ ਕੇ, ਪਰਮਾਤਮਾ ਦੀ ਬੰਦਗੀ ਕਰਕੇ, ਆਤਮਾ ਆਨੰਦ ਦੀ ਮਸਤੀ ਪ੍ਰਾਪਤ ਨਹੀਂ ਕੀਤੀ, ਅਤੇ ਕੁੱਤਿਆਂ ਬੇਲਿਆਂ ਦੀਆਂ ਜੂਨਾਂ 'ਚ ਕਰੋਗੇ। ਕੋਈ ਹੁਣ ਮਨੁੱਖ ਜਨਮ ਸੀ, ਹੁਣ ਇਹ ਮਸਤੇਵਾਂ ਤੁਹਾਨੂੰ ਪਰਮਾਤਮਾ ਦੀ ਬੰਦਗੀ ਦਾ ਪ੍ਰਾਪਤ ਨਾ ਹੋਇਆ, ਫਿਰ ਕਦ ਹੋਵੇਗਾ। ਫਿਰ ਕਹਿੰਦੇ ਐਸੇ ਦਿਹਾੜੇ ਕਬ ਆਵੇ ਐਸੀ ਰੀਤ ਕੇ। ਭਰਤਰੀ ਜੀ ਕਹਿੰਦੇ ਹੁਣ ਤਾਂ ਮਨੁੱਖ ਜਨਮ ਆ, ਇਸ ਰੀਤੀ ਦੇ ਦਿਹਾੜੇ ਫਿਰ ਕਦੋਂ ਆਉਣਗੇ? ਇਹ ਤਾਂ ਹੁਣੇ ਹੀ ਆ। ਅਬਹਿ ਨਾ ਮਾਤਾ, ਜੇ ਹੁਣ ਨਾ ਤੁਸੀਂ ਮਸਤੀ ਪ੍ਰਾਪਤ ਕਰ ਸਕੀ, ਫਿਰ ਕਦੋਂ ਕਰੋਗੇ? ਕਹਿ ਕਬੀਰ ਰਾਮੈ ਰੰਗ ਰਤਾ। ਕਬੀਰ ਸਾਹਿਬ ਨੇ ਜਿਹੜੇ ਬਚਨ ਕਿਹਾ ਨਾ, ਜਿਹੜੇ ਧੁੰਦ ਦੇ ਬੱਦਲ ਸੀ ਨਾ, ਸੂਰਜ ਚੜ੍ਹਦਾ ਉੱਡ ਜਾਂਦੇ ਨਾ, ਉੱਡ ਗਏ। ਪੰਡਤਾਂ ਦੇ ਹੁਣ ਚਿਹਰੇ ਐਨ ਪੀਲੇ ਭੂ ਵਰਗੇ ਹੋਵੇ ਕਿ ਅਸੀਂ ਇਹਨੂੰ ਕੋਈ ਸਮਝਦੇ ਸੀ, ਤਾਂ ਗੱਲ ਹੀ ਕੋਈ ਹੋਰ ਨਿਕਲੀ। ਅੱਖਾਂ 'ਚ ਜਲ ਆ ਗਿਆ, ਗਲਾਂ 'ਚ ਪਰਨੇ ਪਾ ਲੈ, ਲੰਬੇ ਪੈ ਕੇ ਕਬੀਰ ਸਾਹਿਬ ਨੂੰ ਦੰਡਵਤ ਪ੍ਰਣਾਮ ਕਰ ਰਹੇ। ਤੇ ਮਹਾਰਾਜ
ਅਸੀਂ ਤਾਂ ਬਹੁਤ ਵੱਡੀ ਭੁੱਲ ਵਿੱਚ ਬੜੇ ਹੰਕਾਰ ਵਿੱਚ ਸੀ। ਵਿਦਿਆ ਪੜ੍ਹ ਕੇ ਸਾਡੀ ਖੋਪਰੀ ਸਿੱਧੀ ਨਹੀਂ ਹੋਈ, ਪੁੱਠੀ ਰਹੀ। ਕਹਿੰਦੇ ਤੁਸੀਂ ਸਿਆਣੇ ਬਿਆਣੇ ਪੜ੍ਹੇ ਲਿਖੇ ਆ, ਮੀਂਹ ਕਿੰਨਾ ਪਈ ਜਾਏ, ਜੇ ਘੜਾ ਮੁੰਦਾ ਹੋਵੇ ਭਰ ਜੂਗਾ, ਸਿੱਧਾ ਹੋਵੇਗਾ ਤਾਂ ਭਰੇਗਾ ਨਾ। ਵਿਦਿਆ ਤੁਹਾਡੇ ਅੰਦਰ ਨਹੀਂ ਗਈ, ਇਹਦਾ ਵਿਚਾਰ ਅੰਦਰ ਨਹੀਂ ਗਿਆ। वेद कतेबे अफ्तरा भाई, दिल का फिक्र न जाए, टुकदम करारी जो करो हाजिर हजूर खदाए। इफ्तरा कहते अरबी का शब्द शीशा है ना, शीशा है तो दस दूगा चेहरे ते काल कित्थे लगी है, पर शीशे ने मूँह नहीं ना धोना, मूँह साबण पानी ने धोना। ये वेद कतेबे तो दस देणगे आ गल है। सिमरत शास्त्र पुन भाव विचार दे, तत्तै सार न जानी, तत्तै सार न जानी, गुरु बाजो तत्तै सार न जानी, तत्तै सार न जानी। सिमरत वेद पुराण पकाਰਨ पोथियां, नाम बिना सब कूड़ गाली पोछियां। ये ठीक है, सिमरतियां पढ़ लियां, वेद पुराण पढ़ लै, गल्लां तो तुसीं होछियां वालियां कर रहे हैं, कोई सियाणप वाली गल नहीं। बस उन्हां दा जिन्ना भरम सी ना सारा दूर करदा, चरनां डिग पै। ਹੁਣ ਤਾਂ ਨਮਸਕਾਰਾਂ ਕਰਦੇ ਕਬੀਰ, ਅਸੀਂ ਤਾਂ ਭੁੱਲੇ ਹੀ ਰਹੇ। ਹਾਂਜੀ, ਵਾਦ ਵਿਵਾਦਾਂ ਝਗੜਿਆਂ 'ਚ ਪਏ ਰਹੇ। ਤੂੰ ਤਾਂ ਪੂਰਾ ਸੰਤ ਆ, ਪੂਰਾ ਸੰਤ ਆਪਣੇ ਮੂੰਹੋਂ ਕਹਿਣ ਲੱਗ ਪਏ। ਹਾਂਜੀ, अब है न माता सो कब हो न माता। ਜਿਨ੍ਹਾਂ ਨੇ ਪੰਡਤੋ ਮਨੁੱਖ ਜਨਮ ਪਾ ਕੇ ਇਸ ਹੋਂਦ ਖੁਮਾਰੀ ਅਵਸਥਾ ਨਾਮ ਦੀ ਮਸਤੀ ਪ੍ਰਾਪਤ ਨਹੀਂ ਕੀਤੀ, ਫਿਰ ਕਦੋਂ ਇਹ ਮਸਤ ਅਵਸਥਾ ਪ੍ਰਾਪਤ ਕਰੇਗਾ? ਇਹ ਮਨੁੱਖ ਜਨਮ ਹੀ ਹੈ ਜਿਹਦੇ 'ਚ ਕਮਾਈ ਕਰਕੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਕਹੈ ਕਬੀਰ ਰਾਮੈ ਰੰਗ ਰਾਤਾ। ਕਬੀਰ ਸਾਹਿਬ ਜੀ ਨੂੰ ਸਮਝ ਆ ਗਈ, ਉਹ ਰਮੇ ਹੋਏ ਰਾਮ ਦੇ ਰੰਗ ਪਿਆਰ ਵਿੱਚ ਰਾਤਾ ਮਸਤ ਹੋ ਜਾਂਦਾ। ਉਸ ਨੇ ਆਪਣੇ ਆਪ ਨੂੰ ਪ੍ਰਭੂ ਦੀ ਭਗਤੀ ਦੁਆਰਾ ਭਗਵਾਨ ਦੇ ਪਿਆਰ ਵਿੱਚ ਰੰਗ ਲਿਆ ਹੈ। ਇਹ ਸਾਧ ਸੰਗਤ ਜੀ, ਭਗਤ ਜੀ ਮਹਾਰਾਜ ਕਬੀਰ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਚੱਲ ਰਹੀ ਜੋ ਲੜੀਵਾਰ ਕਥਾ ਆਪ ਜੀ ਨੇ ਵਿਚਾਰ ਸ਼ਰਵਣ ਕੀਤੀ। ਜਿਹੜੇ ਅੱਜ ਵੀ ਇਸ ਵਿਰਤੀ ਦੇ ਲੋਕ ਆ, ਸ਼ਬਦ ਦੀ ਵਿਚਾਰ ਸਮਝ ਕੇ ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਵਿਦਿਆ ਪੜ੍ਹਨੀ ਮਾੜੀ ਨਹੀਂ, ਪਰ ਵਿਦਿਆ ਪੜ੍ਹ ਕੇ ਪਰਉਪਕਾਰ ਵਾਲੀ ਅਵਸਥਾ ਬਣਾਈ ਜਾਏ ਨਾਮ ਸਿਮਰਨ ਵਾਲੀ, ਇਹ ਤਾਂ ਠੀਕ ਹੈ। ਨਹੀਂ ਤਾਂ ਫਿਰ ਪੜ੍ਹਿਆ ਮੂਰਖ ਆਖੀਐ, ਜਿਸ ਲੱਭ ਲੋ ਹੰਕਾਰਾ। ਔਰ ਆਸਾ ਜੀ ਦੀ ਵਾਰ ਦਾ ਜਿਹੜਾ ਇਹ ਸਲੋਕ ਹੈ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਇਹ ਪੜ੍ਹ ਕੇ ਵਿਚਾਰ ਕਰ ਲੈਣੀ ਚਾਹੀਦੀ। ਵਿਦਿਆ ਪੜ੍ਹਨੀ ਬਹੁਤ ਚੰਗੀ ਹੈ, ਪਰ ਪੜ੍ਹ ਕੇ ਮਨਮਤ ਛੱਡ ਕੇ ਗੁਰਮਤ ਨੂੰ ਗ੍ਰਹਿਣ ਕਰਨਾ, ਇਹ ਵਿਦਿਆ ਦਾ ਮੂਲ ਪ੍ਰਯੋਜਨ ਤਾਤਪਰਜ ਹੈ। ਉਹ ਜਾਤੀ ਮਾਨੀ ਵਿਦਿਆ ਮਾਨੀ ਜੋ ਕਾਸ਼ੀ ਦੇ ਪੰਡਿਤ ਸੀ, ਉਹਨਾਂ ਨੂੰ ਜਿਹੜਾ ਹੈ ਹਉਮੈ ਦਾ ਰੋਗ ਲੱਗਾ ਹੋਇਆ ਸੀ। ਕਬੀਰ ਸਾਹਿਬ ਜੀ ਨੇ ਦੇਖੋ ਕਿਹੜੇ ਢੰਗ ਦੇ ਨਾਲ ਨਿਵਰਤ ਕੀਤਾ। ਜਿਹੜਾ ਤਕੜਾ ਪਹਿਲਵਾਨ ਹੁੰਦਾ ਨਾ, ਉਹ ਮਾੜੇ ਦਾ ਪਹਿਲਾਂ ਹੀ ਜ਼ੋਰ ਲਾਈ ਜਾਣਗੇ, ਫਿਰ ਧੌਣ ਬਣਾ ਕੇ ਬਹਿ ਜਾਣਗੇ। ਜਿਹੜਾ ਸਿਆਣਾ ਹੋਵੇ ਨਾ, ਉਹ ਪਹਿਲਾਂ ਤਾਂ ਉਹਦਾ ਜ਼ੋਰ ਜਿਹਾ ਲਵਾਈ ਜਾਊ, ਬਸ ਇੱਕੋ ਹੀ ਪਲਸੇਟਾ ਮਾਰਦਾ ਹੁੰਦਾ। ਅਤੇ ਕਬੀਰ ਸਾਹਿਬ ਪਹਿਲਾਂ ਆਪ ਬੋਰਾ ਬਣ ਕੇ ਬਚਨ ਕਰੀ ਗਏ, ਆਖਰੀ ਪੰਗਤੀ 'ਚ ਇਹੋ ਜਿਹਾ ਪਲਸੇਟਾ ਮਾਰਿਆ, ਸਾਰੇ ਹੀ ਵਿਦਿਆ ਅਭਿਮਾਨੀ ਕਾਸ਼ੀ ਦੇ ਬ੍ਰਾਹਮਣਾਂ ਦਾ ਹੰਕਾਰ ਚਕਨਾ ਚੂਰ ਕਰ ਦਿੱਤਾ। ਔਰ ਦੰਡਵਤ ਪ੍ਰਣਾਮਾ ਕਰਦੇ ਹੈ ਕਿ ਮਹਾਰਾਜ ਅਸੀਂ ਤਾਂ ਭੁੱਲੇ ਰਹੇ, ਲੋਕਾਂ ਦੀਆਂ ਸੁਣ ਸੁਣਾ ਕੇ ਇੱਧਰ ਉੱਧਰ ਦੀਆਂ ਗੱਲਾਂ। ਤੂੰ ਤਾਂ ਪੂਰਾ ਸੰਤ ਹੈ, ਪੂਰਾ ਭਗਤ ਹੈ। ਇਹ ਦੇਖ ਲਓ ਸਾਰੇ ਫਿਰ ਚੇਲੇ ਬਣ ਗਏ ਨਾ, ਪ੍ਰੇਮੀ ਬਣ ਗਏ। ਇਹ ਹੈ ਸੱਚੇ ਮਹਾਂਪੁਰਖਾਂ ਦੀ ਐਸੀ ਅਵਸਥਾ। ਗੁਰੂ ਮਹਾਰਾਜ ਕਿਰਪਾ ਕਰਨ, ਇਹ ਪਵਿੱਤਰ ਉਪਦੇਸ਼ ਸਾਡੇ ਹਿਰਦੇ 'ਚ ਨਿਵਾਸ ਕਰਨ। ਆਈ ਸੰਗਤ ਨੂੰ ਜੀ ਆਇਆਂ, ਸਭ ਦਾ ਧੰਨਵਾਦ। ਮਹਾਰਾਜ ਮਿਹਰ ਕਰਨ, ਨਾਮਦਾਨ ਸਿੱਖੀ ਦਾਨ ਭਰੋਸਾ।
ਤੰਦਰੁਸਤੀ ਬਖਸ਼ਿਸ਼ ਕਰਨ ਧੰਨ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਰਾਜ ਸੱਜਣ ਠਾਕੁਰ ਮੀਆਂ ਚੋਰ ਜਿਹੜੇ ਪਿਛਲੇ ਯੁਗਾਂ ਦੇ ਸਰਾਪੇ ਸੀ ਨਾ ਮਹਾਰਾਜ ਨੇ ਉਹਨਾਂ ਨੂੰ ਵੀ ਗਲ ਲਾ ਉਹਨਾਂ ਨੂੰ ਵੀ ਬਖਸ਼ਿਆ ਤੇ ਮਹਾਰਾਜ ਅੱਗੇ ਅਰਦਾਸ ਕਰੋ ਸੱਚੇ ਪਾਤਸ਼ਾਹ ਅਸੀਂ ਕਲਯੁਗੀ ਜੀਵ ਹਾਂ ਸਾਡੇ 'ਤੇ ਵੀ ਰਹਿਮ ਕਰੋ ਦਇਆ ਪ੍ਰਬੰਧਕਾਂ ਦਾ ਸੰਗਤਾਂ ਦਾ ਸਮੂਹ ਸੇਵਾਦਾਰਾਂ ਦਾ ਧੰਨਵਾਦ ਵਿਗਿਆਨੀ ਜੀ ਤੋਂ ਆਨੰਦ ਸਾਹਿਬ ਦਾ ਪਾਠ ਤੇ ਅਰਦਾਸ ਪ੍ਰਸ਼ਾਦ ਬਾਕ ਫਿਰ ਜਿਵੇਂ ਆਪੋ ਆਪਣੇ ਰਜੇਵੇਂ ਹੁੰਦੇ ਆ ਜਿਵੇਂ ਤੁਹਾਡਾ ਟਾਈਮ ਉਸ ਤਰ੍ਹਾਂ ਕਰ ਕਰਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ